ਉਹੀ ਮੰਗਲੀ ਸੱਚਾਈ ਫੇਰ ਜਾਉਣਾ, ਪਿੱਪਿਆਂ ਨੂੰ ਪਾਣੀ ਲਾ ਗਿਆ ਸੰਤ ਹਰਚੰਦ ਸਿੰਘ ਦਾ ਪਿਆਰਾ, ਭਾਈ ਲੰਗੋਵਾਲ ਆ ਗਿਆ। ਹੋਏ ਪਹਿਲਾਂ ਸੰਤਾਂ ਦੀ ਸ਼ਰਨ ਵਿੱਚ ਆ ਕੇ ਗਲ ਨਾਲ ਰੱਖਿਆ ਲਾਈਏ, ਰਾਖੀ ਸੰਤ ਜੀ ਪੰਜਾਬ ਦੀ ਕਰਕੇ ਸੈਂਟਰ ਨੂੰ ਸਮਝਾ ਗਿਆ ਸੰਤ ਹਰਚੰਦ ਸਿੰਘ ਦਾ ਪਿਆਰਾ, ਭਾਈ ਲੰਗੋਵਾਲ ਆ ਗਿਆ। ਤੁਸੀਂ ਲਾ ਲਓ ਜੰਮੂ ਕਸ਼ਮੀਰ 'ਚ ਜਿਵੇਂ ਆਪਣੇ ਅਮਰਨਾਥ ਤੱਕ ਦੇ ਲੰਗਰ ਲਾਉਂਦੇ ਆ, ਇੱਥੇ ਹੇਮਕੁੰਟ ਸਾਹਿਬ ਤੱਕ ਲੰਗਰ ਲਾਉਂਦੇ ਆ, ਹੋਰ ਬਹੁਤ ਥਾਵਾਂ ਧਾਰਮਿਕ ਥਾਵਾਂ 'ਤੇ ਇੱਥੋਂ ਦਾ ਲੰਗਰ ਜਾਂਦਾ ਹੈ। ਇਸ ਕਰਕੇ ਸਾਡੇ ਲਹਿਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਪੂਰਾ ਪੰਜਾਬ ਨਹੀਂ ਪੂਰਾ ਭਾਰਤ ਬਾਖੂਬੀ ਜਾਣਦਾ ਹੈ ਕਿ ਅਜਿਹੀਆਂ ਨੇਕ ਰੂਹਾਂ ਦੇ ਦਰਸ਼ਨ ਕਰਨਾ ਹਰ ਇੱਕ ਦੇ ਆਵੇ ਤਾਂ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਸੋ ਇਹੀ ਰੂਹਾਂ ਦੇ ਦਰਸ਼ਨ ਕਰਵਾਉਣ ਵਾਸਤੇ ਸਾਡੇ ਇੱਕ ਨਿਮਾਣੇ ਦੇ ਸੇਵਕ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੂੰ ਅਸੀਂ ਸੱਦਾ ਦਿੱਤਾ ਸੀਗਾ ਤੇ ਇਹੀ ਇੱਕ ਮਿਲਣੀ ਹੈ ਤੁਹਾਡੇ ਨਾਲ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਨਾਲ ਜੋ ਵੀ ਆਪਣੀ ਕੋਈ ਗੱਲਬਾਤ ਕਰਨੀ ਹੈ, ਵਿਚਾਰ ਕਰਨਾ ਹੈ, ਕਿਉਂਕਿ ਵੋਟਾਂ ਜਿਹੜੀਆਂ ਹੁੰਦੀਆਂ ਨੇ ਜਾਂ ਇਲੈਕਸ਼ਨ ਦਾ ਟਾਈਮ ਹੁੰਦਾ ਹੈ, ਇਹ ਇਕੱਲੇ ਇੱਕ ਬੰਦੇ ਦਾ ਚਾਹੇ ਉਮੀਦਵਾਰ ਦਾ ਨਹੀਂ, ਸਾਰੇ ਸ਼ਹਿਰ ਸੰਸਥਾ ਪੂਰੇ ਹਲਕੇ ਦਾ ਜਾਂ ਪੂਰੇ ਪੰਜਾਬ ਦਾ ਜਾਂ ਦੇਸ਼ ਦਾ ਇੱਕ ਬਹੁਤ ਵੱਡਾ ਮਤਲਬ ਇਹਨਾਂ ਨੇ ਜਿਹੜਾ ਆਉਣ ਵਾਲੇ ਭਵਿੱਖ ਤੈਅ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਸ਼ਹਿਰ ਦੇ ਵਿਕਾਸ ਵਾਸਤੇ, ਸਾਡੇ ਲੋਕਾਂ ਦੇ ਹਿੱਤ ਵਾਸਤੇ ਕੰਮ ਕਰ ਸਕਦਾ ਹੋਵੇ। ਤੇ ਉਹ ਆਪਾਂ ਸੋਚ ਸਮਝ ਕੇ ਹੀ ਇਹ ਜਿਹੜਾ ਵੋਟਾਂ ਦਾ ਨਿਰਣਾ ਉਹ ਲੈਣਾ ਹੁੰਦਾ ਹੈ। ਮੈਂ ਇੱਕ ਵਾਰ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਪ੍ਰੋਗਰਾਮ ਹੈ ਸਿਰਫ ਇੱਕ ਮਿਲਣੀ ਹੈ, ਇਹਦੇ ਵਿੱਚ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਹੈਗੀ। ਕਿਸੇ ਅਸੀਂ ਉਮੀਦਵਾਰ ਨੂੰ ਮਾੜਾ ਨਹੀਂ ਕਹਿਣਾ, ਕਿਸੇ ਨੂੰ ਚੰਗਾ ਨਹੀਂ ਕਹਿਣਾ, ਸਾਡੇ ਵਾਸਤੇ ਸਾਰੇ ਚੰਗੇ ਨੇ। ਹਰ ਇੱਕ ਦਾ ਵੱਧ ਤੋਂ ਵੱਧ ਇਹ ਹੁੰਦਾ ਕਿ ਵੱਧ ਤੋਂ ਵੱਧ ਕਿਸੇ ਸੰਸਥਾਵਾਂ ਨੂੰ ਆਪਣਾ ਸਹਿਯੋਗ ਦੇ ਕੇ ਉਹਨਾਂ ਨੂੰ ਵੱਧ ਤੋਂ ਵੱਧ ਲੋਕ ਸੇਵਾ ਦੇ ਵਿੱਚ ਲਾਇਆ ਜਾਵੇ। ਉਹ ਤੁਹਾਡੇ ਦਰਮਿਆਨ ਪਹੁੰਚ ਚੁੱਕੇ ਨੇ, ਤੁਹਾਡੇ ਦਰਸ਼ਨ ਕਰਨ ਲਈ ਆ ਰਹੇ ਨੇ। ਦਰਸ਼ਨ ਕੀਤੇ ਜਾਣ, ਇਹ ਸਿਰਫ ਤੁਹਾਡੇ ਦਰਸ਼ਨ ਦੀਦਾਰੇ ਕਰਨੇ ਆਏ ਨੇ ਤੇ ਉਸ ਤੋਂ ਬਾਅਦ ਜਿਹੜਾ ਕੋਈ ਅੱਗੇ ਵੋਟਾਂ ਦਾ ਹੋਇਆ ਉਹ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਦੇਖਣਾ ਹੁੰਦਾ ਹੈ ਕਿ ਤੁਹਾਡੇ ਕੋਲ ਖੜ ਕੇ ਤੁਹਾਡੇ ਸਾਹਮਣੇ ਹੋ ਕੇ ਉਹਦਾ ਜਵਾਬ ਦੇਣਗੇ। ਅਸੀਂ ਤਾਂ ਸਿਰਫ ਇੱਕ ਜਰੀਆ ਨੇ ਤਾਂ ਜੋ ਲਹਿਰ ਰਹੀਆਂ ਇਸ ਨੇਕ ਰੂਹਾਂ ਦਾ। ਬਹੁਤ ਹੀ ਧੰਨਵਾਦ। ਸਾਰੇ ਆਪਣੇ ਪਰਿਵਾਰ ਦੇ ਨਾਲ ਰੂਬਰੂ ਹੋ ਰਹੇ ਨੇ। ਅਜੇ ਆਪਾਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਬਣ ਕੇ ਇਹਨਾਂ ਦੇ ਨਾਲ ਮਿਲਣ ਵੀ ਕਰ ਰਹੇ ਹਾਂ। ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹਨਾਂ ਦਾ ਇਸੇ ਤਰ੍ਹਾਂ ਸਹਿਯੋਗ ਦਈਏ ਤੇ ਸਾਡੇ ਸ਼ਹਿਰ ਦੇ ਜਨਨੇ ਜਸਪ੍ਰੀਤ ਜੀ ਅਸ਼ੀਰਵਾਦ ਦੇਣੇ ਨਰੇਸ਼ ਜੀ ਸਾਰੇ ਸਰਕਾਰ अपने कोलों कोई ना कोई आस निकल को लैके इतने पहुंचे ने। सो मेरे लिए तो जो सारे सज्जन पहुंचे ने, मेरे प्रधान जी एक समय जमाती भी रहे ने। सो मैं सारे इलाके वालों प्रधान जी को सरदार गोबिंद सिंह लंगोवाल जी को ये बेनती करना और एक क्वेश्चन करना इलाके वालों पूछना चाहना भी अगर इलाके संगत ने ਤੁਹਾਨੂੰ बहुमत ਨਾਲ ਵੋਟਾਂ ਵਿੱਚ ਜਿਤਾਇਆ ਤਾਂ ਤੁਸੀਂ ਇਲਾਕੇ ਲਈ ਕੀ ਕੁਝ ਕਰੋਗੇ ਤਾਂ ਕਿ ਸਾਡੇ ਇਲਾਕੇ ਦੀ ਤਰੱਕੀ ਹੋ ਸਕੇ ਅਤੇ ਅੱਗੇ ਵਾਸਤੇ ਵੀ ਤੁਸੀਂ ਇਸ ਇਲਾਕੇ ਲਈ ਇੱਕ ਵਧੀਆ ਲੀਡਰ ਦੇ ਤੌਰ ਤੇ ਆਪਣਾ ਨਾਂ ਚਮਕਾਓਗੇ। ਇਸ ਲਈ
मैं इलाके वालों सारी सभा वालों ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਜਿੱਤਣ ਉਪਰੰਤ ਇਸ ਇਲਾਕੇ ਲਈ ਕੀ ਵਿਸ਼ੇਸ਼ ਕਰੋਗੇ, ਸੋ ਕਿਰਪਾ ਕਰਕੇ ਤੁਸੀਂ ਦੱਸੋ ਜੀ। सारे शहर निवासी मेरे वीरों मेरी भैनों मेरे बुजुर्गों और ਵੱਖ-ਵੱਖ संस्थावां दे आए हुए सारे मुखी सज्जन क्लबां दे सारे प्रधान ते सारे मैंबर साहबान, सारे तो पहला वाहिगुरू जी का खालसा वाहिगुरू जी की फतेह। सब तो पहला तो बहुत ही खुशी की गल है कि तुसीं अज शहर निवासी सारे एक साडे वर्करां दे सद्दे दे उत्ते इत्थे सारे तुसीं पहुंचे हो। सब तो पहला तो मैं तुहाडा सारिआं दा बहुत बहुत धन्नवाद करदा कि तुसीं मेरा भी बहुत मान बढ़ाया इत्थे आके, जिहड़ियां फैमिलियां बच्चे लेके इत्थे आए हो दिन के उत्ते, तो मैनूं बहुत तुहाडे नाल मिल के तुहाडे नाल रूबरू हो के बहुत खुशी हुई है। और क्योंकि ये जिस तरह श्रोमणी अकाली दल बहुजन समाज पार्टी का गठजोड़ जिहड़ा पंजाब दे विच अज विधान सभा दीआं चोणां लड़ रहा है, और तुसीं सारे इस गल नूं जाणदे हो कि मेरी ड्यूटी जिहड़ी है तुहाडे इस हलके दे उत्ते लाई है। श्रोमणी अकाली दल दे प्रधान साहब ने मैनूं तुहाडी सेवा दे विच इत्थे पहुंचाया है। सब तो वड्डी गल मैं ये भी मान नाल कह सकदा कि मैनूं ये भी खुशी हुई है कि हलका अमर शहीद संत चरण सिंह लौंगोवाल दा और वो इतों MLA बने, उन्होंने समय के कार्य जिहड़े कीते हुए अज भी बोलते हैं। संत चरण सिंह लौंगोवाल ने जिथे इस इलाके की बेटी ली उन्होंने समय के काम किया जो गुरनाम सिंह मुख्यमंत्री सी पंजाब के, या प्रकाश सिंह बादल मुख्यमंत्री सी पंजाब के, और वो समय उदों का लोगों के नाल राबता बहुत नेड़े का रहा। ये भी खुशी की गल है कि संत लौंगोवाल की जन्म भूमि भी हुण तां भावें वो होर हलके में चली गई जिलबे दे विच, उन्हां समयां दे विच जो संत लौंगोवाल इत्थे चोण लड़े सी, संत चरण सिंह लौंगोवाल की जन्म भूमि गदनियाणी और वो भी इस हलके में पैंदी सी। मैं उस धरती को भी नमस्कार करदा जिसने ऐसे महान संत नूं और महान योधे नूं, महान तपस्वी नूं जन्म दिता है। ये तुहाडी धरती सारी लहरे दी भागां वाली है, जिथे कोई ऐसे महापुरुष होए होण और ऐसे महान आगू होण, वो धरती जिहड़ी है वो भागां वाली है। इसे करके मैं इस धरती नूं प्रणाम करदा, नमस्कार करदा। सो मैं ये भी तुहानूं सारिआं नूं यकीन दिवाउणा कि अज मैं भी वो महापुरुषां दी जिन्हां ने संत चरण सिंह लौंगोवाल ने अपना मान इस गल का है कि उन्होंने साडे पंजाब की एकता लई, हिंदू सिख एकता लई, पंजाब की खुशहाली लई, पंजाब की अमन शांति लई उन्होंने अपनी कुर्बानी दी है। उन्होंने कुर्बानी सदका अज असीं सारे बैठे हाँ। मैं समझदा जे वो कुर्बानी ना दिंदे शायद माहौल होर तरह का हुंदा। उन्होंने कुर्बानी साडे वास्ते दे के गई सी, साडी अमन शांति वास्ते दे के गई सी, साडे भाईचारे की एकता वास्ते दे के गई सी। वो पंजाब के हकों के लिए, पंजाब के मंगां नूं लेके उन्होंने अपनी वड्डी कुर्बानी की है। इसे करके हर साल संत लौंगोवाल जी की और उन्होंने श्रद्धांजलि समारोह जिहड़ा वड्डी पद्धर ते लौंगोवाल कराया जाता है। बहुत सारिया इत्थों दी संगतां भी उत्थे पहुंचदियां ने। जदों मैं आप पाले चौधरीआं दे पिंडां में जाना, उत्थों भी लोग याद करते हैं, वो भी कहते संतों की बरसी के उत्ते असीं जाते रहे हाँ। सो ये उस धरती की सेवा करने का, उस धरती की डिवेलपमेंट करने का मैनूं भी मान प्राप्त होया है। ये मान तुसीं सारिआं ने देना है। और अज मैं तुहाडी कचहरी दे विच आया, तुहाडे चरणों के विच ये बेनती करने वास्ते आया कि जिस तरह के मन के विच खाश है, जिस तरह मन के विच इच्छावां ने, कि असीं भी इस धरती नूं जिहड़ी है ये सेवा कर सकीए। क्योंकि जिवें साडे मेरे वीर शर्मा जी ने गल की है, क्योंकि मैं देखिए इतने बहुत सारिया अजे भी काम करने वाले ने
बहुत सारिया अजे भी बहुत सारिया औकड़ा ने साडा ये शहर साडा ये इलाका अजे बहुत सारिया सहूलतों तो बन जाएगा। बहुत सारिया सहूलतां अजे लोड़ींदियां ने क्योंकि एक तो ये कि ये पंजाब का एक पासा आ जाता है, पंजाब का एक किनारे पे सारा ये एरिया जाता है और इस करके कई बार उत्ते गल्लां पहुँचदियां सारियां पिछे ही सारियां खत्म हो जांदियां ने। सो इस करके मैं समझदा मैनूं ये भी मान है कि जदों भी श्रोमणी अकाली दल की सरकार इत्थे बड़ी है इत्थे बहुत सारे काम होए ने, आ तहसीलां बनियां और होर बहुत कुछ बनिया जो भी दसदे ने कि संत ये श्रोमणी अकाली दल की सरकार वेले सी क्योंकि ये साडी सरकार जिहड़ी है ये हर वर्ग दे वास्ते सोचती है, ये किसानां वास्ते सोचती है, ये व्यापारियों वास्ते सोचती है, ये छोटे दुकानदारों वास्ते सोचती है, ये मजदूरों वास्ते सोचती है। जो बादल साहब लोग इस करके प्यार करते हैं सारे पंजाब के लोग उन्होंने सारे वर्ग ने मान सम्मान किया है भावे कोई किसी धर्म नाल संबंध रखने वाला मुल्क है, भावे हिंदू है, मुसलमान, ईसाई, सिख कोई भी है, भावे किसी जात नाल संबंध रखने वाला है तो हमेशा श्रोमणी अकाली दल की सरकार ने हमेशा मान सत्कार सारे दिता है। अमन शांति सारे बरकरार रखने लई बहुत बड़ा अहिया हमेशा उन्होंने किया है। सो इस करके मैं अज तुहाडे कोल इस करके मैं आया कि उस तरह का प्यार मैं भी चाहना जिस तरह का प्यार भी संत लौंगोवाल ने दिता है और मैं उस तरह का प्यार अज तुहाडे तो लेना चाहता क्योंकि उन्होंने चरणों के विच रह के बहुत कुछ सीखा है, बहुत कुछ संस्कार जिहड़े ने उन्होंने तो पैदा हुए और सीख के अपनी जिंदगी एक ऐसी जिंदगी रखी है कि चिट्टी चादर वांग कोई उंगल ना कर सके। आज सारी अपनी जिंदगी 30-35 साल की मेरी सियासी मेरा जीवन है और मैं समझदा कोई उंगल नहीं कर सकता। सोनी साड़ी ध्यानदारी पे साड़ी ईमानदारी के उत्ते कोई सवाल नहीं उठा सकता क्योंकि मैं इस तरह ही चाहना जिस तरह तुहाडा शहर है बहुत वधिया शहर है, अमन शांति वाला शहर है तुहाडा, तुसीं सारे इकट्ठे होकर रहंदे हो, हर कोई प्यार दिंदे हो, सत्कार दिंदे हो। इस तरह का मैनूं भी बहुत मान होया है, बहुत खुशी हुई है इत्थे आके जिवें तुहाडा प्यार सत्कार सानूं सारिआं नूं मिल रहा है। तो मैं ये गल करदा कि कुछ समस्यावां जरूर हैगियां ने इत्थे भी। सब तो बड़ी समस्या सेहत सेवावां दी है, हस्पताल की बिल्डिंग बन गई बहुत वधिया लेकिन उत्थे डॉक्टरां की घाट है, उत्थे दवाइयां की घाट है, होर अजे होर अपग्रेड करना चाहुंदे हां कि ये एक बहुत बड़े इलाका है इत्थे बहुत बड़ा हस्पताल होना चाहिए, किसी को बाहर ना जाना जा पवे, किसी को पटियाले ना जाना पवे, हिसार ना जाना पवे, सारा इलाज ही इत्थे होवे। सो इस तरह दियां मेरे ध्यान में सारी गल्लां इत्थे नहीं क्योंकि साडे मेन 3 शहर पैंदे ने इस साडे हल्के दे विच। एक है खनौरी वो बिल्कुल सिरे ते जा रहा और सेंटर दे विच आ गया मूनक, एक पासे आ गया लहरा। ये तिन्नां दे विच मैं देखिया सेहत सेवावां दा बहुत ही बुरा हाल है, लोगों को कोई डॉक्टर नहीं है, डॉक्टर चंगे आके राजी भी नहीं होंगे भी इस करके ये थोड़ा जा सख्ती करनी पैंदी है तां डॉक्टर आउंदे ने। सो एक तां सेहत सब तो पहला मेरा एजेंडा जिहड़ा है वो है सेहत सेवावां, इत्थे वधिया सेहत सेवावां दित्तियां जाण, वधिया इत्थे हस्पताल होण, वधिया इत्थे डॉक्टर होण और किसी को बाहर ना जाना पवे। दूसरा है एजुकेशन, ਅਸੀਂ ਚਾਹੁੰਦੇ ਕਿ एजुकेशन वधिया इतने साढ़े बच्चों को मिले, किसी को बाहर ना जाना पवे, लड़कियां वास्ते लड़कियों का कॉलेज साढ़े सबके होना चाहिए। सो इस तरह दियां जिहड़ियां हैगियां ने उहदे बस खास तौर पर मेरा एजेंडा है कि मैं उहदे खास तौर पर इन्हां गल्लां दा ध्यान देवांगा। दूजा मैं ये भी देखिया कि एडा वड्डा शहर होवे अजे तक ये पीने वाले पानी की घाट है, इत्थे लोग पानी पीने वाले त्राह करते हो अजे ये सोचते कि पानी पीना ही ना किसी को मिले। ये चीज़ की मैनू महसूस होया कि ये बहुत बड़ी समस्या इस शहर की है, ये भी चाहते कि साढ़े दिमाग के मेरे जिंदगी ये भी हल करनी जरूरी बनती है। सो बहुत सारिया मैं देखिया कि इतने पानी नहीं आ रहा, फसलों को पानी नहीं आता है, पिछले रुक जाता, ट्रेनां ने सारिया और ट्रेनों उत्ते पानी नहीं पहुँचता, जो पिंडों में जाना तो उत्थे यही गल होती है। सो ये बच्चे रोजगार में कोई बड़ा इंडस्ट्री नहीं है, बड़ी कोई इंस्टीट्यूट है जितने बच्चों को रोजगार मिले। साढ़े बच्चे पढ़े लिखे बच्चे फिरते हैं, उनको रोजगार के कोई साधन ही नहीं है।
ਸੋ ਇਹ ਸਾਰੀਆਂ ਗੱਲਾਂ ਤਾਂ ਮੇਰੇ ਮਨ ਦੇ ਵਿੱਚ ਨੇ। ਜੇਕਰ ਤੁਸੀਂ ਸਾਰੇ ਮੇਰਾ ਸਾਥ ਦਿਓਗੇ ਔਰ ਮੈਨੂੰ ਉਮੀਦ ਦਿਓਗੇ, ਮੈਂ ਤੁਹਾਡਾ ਆਪਣਾ ਬਣ ਕੇ ਰਹਾਂਗਾ, ਤੁਹਾਡੇ ਕੋਲ ਰਹਾਂਗਾ, ਤੁਹਾਡੇ ਪਰਿਵਾਰ ਦਾ ਮੈਂਬਰ ਬਣਾਂਗਾ। ਸੋ ਇਹ ਨਹੀਂ ਕਿਸੇ ਨੂੰ ਮੈਂ ਸ਼ਿਕਾਇਤ ਨਹੀਂ ਹੋਣ ਦੇਵਾਂਗਾ ਕਿ ਮੈਂ ਕੋਈ ਬਾਹਰੋਂ ਆ ਜਾ ਕੇ ਕਹੂੰਗਾ। ਇੱਥੋਂ ਲਈ ਹੈ ਧਰਤੀ ਤੇ ਪਹਿਲਾਂ ਵੀ ਸੰਤ ਲੌਂਗੋਵਾਲ ਦੇ ਨਾਲ ਵਿਚਰਿਆ, ਕੋਈ ਐਸਾ ਪਿੰਡ ਨਹੀਂ ਹੋਣਾ ਜਿੱਥੇ ਅਸੀਂ ਨਾ ਗਏ ਹੋਏ। ਸੋ ਅੱਜ ਮੈਂ ਤੁਹਾਡਾ ਇੱਕ ਪਰਿਵਾਰ ਦਾ ਮੈਂਬਰ ਔਰ ਤੁਸੀਂ ਆਪਣੇ ਪਰਿਵਾਰ ਦਾ ਮੈਂਬਰ ਬਣਾਓ। ਮੈਨੂੰ ਆਪਣਾ ਬਣਾ ਕੇ ਇੱਕ ਵੋਟ ਜਿਹੜੀ ਹੈ ਦਾਸ ਨੂੰ ਦਿਓ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਸਰਕਾਰ ਐਸੇ ਆਵੇ, ਪ੍ਰਕਾਸ਼ ਸਿੰਘ ਬਾਦਲ ਦੀ ਔਰ ਅਕਾਲੀ ਦਲ ਦੀ ਸਰਕਾਰ ਆਵੇ, ਤਾਂ ਕਿ ਆਪਣੀ ਸਮੱਸਿਆਵਾਂ ਜਿਹੜੀਆਂ ਨੇ ਇਹ ਪੂਰੀਆਂ ਹੋਣ। ਜਿਹੜੀਆਂ ਵੀ ਕੋਈ ਸਮੱਸਿਆਵਾਂ ਨੇ ਤੇ ਆਪਾਂ ਕਰਾਉਂਦੇ ਸੀ ਕਿ ਬੱਚੇ ਦੀ ਰੁਚੀ ਖੇਡਾਂ ਵੱਲ ਹੋਊਗੀ ਤਾਂ ਸਾਡੇ ਬੱਚੇ ਜਿਹੜੇ ਨੇ ਉਹ ਬੁਰੀਆਂ ਆਦਤਾਂ ਤੋਂ ਬਚ ਸਕਦੇ ਨੇ ਔਰ ਨਸ਼ਿਆਂ ਤੋਂ ਬਚ ਸਕਦੇ ਨੇ। ਜੇ ਆਪਾਂ ਇੱਥੇ ਚੰਗਾ ਕੋਈ ਕਬੱਡੀ ਦਾ ਇੱਥੇ ਅਕੈਡਮੀ ਵਗੈਰਾ ਹੋਵੇ ਤਾਂ ਸਾਡੇ ਬੱਚਿਆਂ ਨੂੰ ਉਹਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਵੈਸੇ ਤਾਂ ਖਿਡਾਰੀ ਬਹੁਤ ਪੈਦਾ ਹੋਏ ਨੇ। ਸਾਡਾ ਗੁਲਜ਼ਾਰੀ ਮੁਲਕ ਜਿਹਨੂੰ ਟਿਕ ਦਿੱਤਾ ਅਕਾਲੀ ਦਲ ਨੇ, ਉਹਨੇ ਵੀ ਸਾਡੇ ਮੁਲਕ ਦਾ ਨਾਂ ਜਿਹੜਾ ਹੈ ਸੰਸਾਰ ਦੇ ਵਿੱਚ ਉੱਚਾ ਕੀਤਾ। ਅੱਜ ਉਹਨੂੰ ਮਾਣ ਸਰਕਾਰ ਪਾਰਟੀ ਨੇ ਦੇ ਕੇ ਉਹ ਖੜਾ ਵੀ ਕੀਤਾ। ਇਸੇ ਤਰ੍ਹਾਂ ਗਰੀਬਾਂ ਲਈ ਵੀ ਬਹੁਤ ਸਾਰੀਆਂ ਸਕੀਮਾਂ ਅਸੀਂ ਲੈ ਕੇ ਆਵਾਂਗੇ। ਮੈਂ ਦੇਖਿਆ ਕਿ ਗਰੀਬ ਲੋਕ ਐਸੇ ਨੇ, ਘਰ ਐਸੇ ਨੇ ਔਰ ਵਿਚਾਰਿਆਂ ਦੇ ਚੰਗੇ ਮਕਾਨ ਨਹੀਂ ਹੈ, ਰਹਿਣ ਵਾਸਤੇ ਉਹਨਾਂ ਕੋਲ ਕੋਈ ਸਾਥ ਹੈ ਨਹੀਂ। ਉਹਨਾਂ ਵਾਸਤੇ ਕੁਝ ਸਕੀਮਾਂ ਲਿਆਵਾਂਗੇ ਤਾਂ ਕਿ ਘੱਟੋ ਘੱਟ ਹਰ ਗਰੀਬ ਨੂੰ ਉਹਦੇ ਰਹਿਣ ਲਈ ਮਕਾਨ ਤਾਂ ਹੋਵੇ। ਔਰ ਇਸੇ ਤਰ੍ਹਾਂ ਗਰੀਬਾਂ ਦੀ ਰੋਟੀ ਲਈ ਔਰ ਸਰਕਾਰ ਦੇ ਪਹਿਲਾਂ ਸਕੀਮਾਂ ਲਿਆਂਦੀਆਂ ਨੇ, ਚੰਗੀ ਤਰ੍ਹਾਂ ਰੋਟੀ ਛਕਾ ਸਕਣ। तो मतलब कि मैं अज ਤੁਹਾਡਾ ਧੰਨਵਾਦੀ ਵੀ ਹਾਂ। ਮੈਨੂੰ ਇਹ ਵੀ ਆਸ ਹੈ ਕਿ ਤੁਸੀਂ ਜਿਵੇਂ ਅੱਜ ਇੱਥੇ ਆਏ ਹੋ, ਸਾਡਾ ਹੌਸਲਾ ਤੁਸੀਂ ਸਾਰਿਆਂ ਨੇ ਵਧਾਇਆ। ਜਿੰਨੀਆਂ ਸੰਸਥਾਵਾਂ ਇੱਥੇ ਆਈਆਂ ਨੇ, ਫਿਲਮਾਂ ਦੇ ਵੀਰ ਆਏ ਨੇ, ਇਹਦੇ ਨਾਲ ਸਹਿਯੋਗ ਦਿਓ। 20 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਦਾਸ ਨੂੰ ਪਾ ਕੇ ਆਪਣੇ ਹਲਕੇ ਦਾ ਸੇਵਾਦਾਰ ਜਿਹੜਾ ਦਾਸ ਨੂੰ ਬਣਾਓ। ਔਰ ਮੈਂ ਸਮਝਦਾ ਕਿ ਇਹ ਕਾਮਯਾਬੀ ਤੁਹਾਡੀ ਸਾਰਿਆਂ ਦੀ ਕਾਮਯਾਬੀ। ਅਸੀਂ ਤਾਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਕਿ ਤੁਹਾਡੇ ਆਪਣੇ ਬਣ ਕੇ, ਤੁਹਾਡੇ ਉੱਥੇ ਰਹਿ ਕੇ, ਤੁਹਾਡੇ ਪਰਿਵਾਰਕ ਮੈਂਬਰ ਬਣ ਕੇ ਤੁਹਾਡੇ ਸੇਵਾ ਇਸ ਹਲਕੇ ਦੀ, ਇਸ ਸ਼ਹਿਰ ਦੀ ਸੇਵਾ ਅਸੀਂ ਸਾਰੇ ਕਰ ਸਕੀਏ। ਇਹੀ ਮੇਰੀ ਇੱਛਾ ਹੈ ਕਿ ਸੰਗਤ ਦੀ ਕਿਰਪਾ ਹੋਵੇ ਕਿ ਸਾਨੂੰ ਸਾਡੇ ਪਰਿਵਾਰ ਨੂੰ ਇੱਥੋਂ ਦੀ ਸੰਗਤ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਵੇ। ਇਹੀ ਮੈਂ ਆਸ ਕਰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਕਾਫੀ ਸਮੇਂ ਤੋਂ, ਅਸੀਂ ਇੱਥੇ ਬਹੁਤ ਬਹੁਤ ਆਭਾਰੀ ਹਾਂ। ਇੱਕ ਮੈਨੂੰ ਮਿੱਤਰ ਮਿਲਿਆ ਸੀ ਮੇਰਾ ਲੌਂਗੋਵਾਲ ਸਾਹਿਬ, ਧਿਆਨ ਦੇਣ ਵਾਲੀ ਗੱਲ ਹੈ ਜੀ। ਉਹ ਕਹਿੰਦੇ ਉਹ ਆਪ ਮੈਂ ਇੱਥੇ ਬੋਲਣਾ ਵੀ ਹਰੇਕ ਦੇ ਕਈ ਦੇ ਵਾਸਤਾ ਕਰਨੀ। ਉਹ ਕਹਿੰਦੇ ਜੀ ਇੱਥੇ ਇੱਕ ਬਾਬਾ ਹੀਰਾ ਸਿੰਘ ਭੱਠਲ ਕਾਲਜ, ਅਸੀਂ ਉਹਨਾਂ ਦਾ ਨਾਮ ਲਿਖਿਆ ਸੀਗਾ। ਉਹਦੇ ਹਾਲਾਤ ਤੁਸੀਂ ਜਾਣਦੇ ਹੋ, ਪਿਛਲੇ 32 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਸਟੂਡੈਂਟ ਜਿਹੜੇ ਇੱਥੋਂ ਸ਼ਿਫਟ ਕਰਦੇ ਬੰਦ ਹੋਣ ਕਿਨਾਰੇ ਹੈ। ਉਹਦੇ ਬਾਰੇ ਵੀ ਤੁਸੀਂ ਦੱਸੋ ਜੀ। ਰੱਬ ਸ਼ੁਕਰ ਤੇ ਇਹ ਸਹੀ ਆਵਾਮ ਹੈ, ਇਹਨਾਂ ਨੇ ਤੁਹਾਨੂੰ ਜੇ ਸ਼ਕਤੀ ਦਿੱਤੀ ਹੈ ਤਾਂ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ, ਉਹਦੇ ਬਾਰੇ ਕੀ 2 ਮਿੰਟਾਂ ਦੇ ਵਿੱਚ ਹੀ ਇਹਨੂੰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹਣਾ। ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਸੰਤ ਬਾਬਾ ਹੀਰਾ ਸਿੰਘ ਜੀ ਭੱਠਲ, ਉਹਨਾਂ ਦੇ ਨਾਮ ਦੇ ਉੱਤੇ ਇੰਜੀਨੀਅਰ ਕਾਲਜ ਬਣਿਆ ਹੋਇਆ ਇੰਸਟੀਚਿਊਟ ਹੈ। ਔਰ ਮੈਨੂੰ ਵੀ ਮੈਂ ਉਹਨਾਂ ਕੋਲ ਗਿਆ ਕਿ 31 ਮਹੀਨਿਆਂ ਦੀ ਤਨਖਾਹ ਹੀ ਨਹੀਂ ਮਿਲੀ। ਦੇਖੋ ਜਿਹੜੇ ਦੇਸ਼ ਭਗਤ ਦੇ ਨਾਂ ਦੇ ਉੱਤੇ ਜਿਹੜਾ ਕਾਲਜ ਹੋਵੇ, ਲੇਕਿਨ ਦੁੱਖ ਹੁੰਦਾ ਕਿ ਉੱਥੋਂ ਦੇ ਜਿਹੜੇ ਟੀਚਰ ਨੇ ਉਹ ਧਰਨੇ ਤੇ ਬੈਠੇ ਨੇ। ਮੈਂ ਵੀ ਜਾ ਕੇ 31 ਮਹੀਨਿਆਂ ਤੋਂ ਸੋਚਣ ਵਿਸ਼ਵਾਸ ਦਿਵਾਉਣਾ ਕਿ ਇਹਦੇ ਲਈ ਹਰ ਹਾਲਤ ਸਰਕਾਰ ਬਣੇ, ਦਾਸ ਨੂੰ ਮੌਕਾ ਮਿਲੇ ਤਾਂ ਸਭ ਤੋਂ ਪਹਿਲਾਂ ਸਾਥ ਨੂੰ ਇਹੀ ਕਰਾਂਗਾ। ਇੱਕ ਮੈਂ ਹੋਰ ਵੀ ਕਰਦਿਆਂ ਕਿ ਇੱਕ ਜ਼ਿਲ੍ਹੇ ਦੇ ਉੱਤੇ ਜਿਹੜਾ ਆਪਣਾ ਸੁਖਬੀਰ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਹੋਇਆ ਹੈ ਕਿ ਮੈਂ ਇੱਕ ਜ਼ਿਲ੍ਹੇ 'ਚ ਮੈਡੀਕਲ ਕਾਲਜ ਬਣਾਊਂਗਾ। तो ਅਸੀਂ ਤਾਂ ਕਹਿੰਦੇ ਮੈਡੀਕਲ ਸਾਡੇ ਇੱਥੇ ਦੇਵੋ। ਅਸੀਂ ਉਹਨਾਂ ਨੂੰ ਕਹਾਂਗੇ ਕਿ ਸਾਡਾ ਪਿੰਡ ਇੱਕ ਸਿਰੇ ਤੇ ਹੈ, ਹੋਰਾਂ ਦਾ ਲੁਧਿਆਣਾ ਨੇੜੇ ਪੈਂਦਾ, ਇਹਨਾਂ ਦਾ ਬਹੁਤ ਦੂਰ ਹੈ। ਅਸੀਂ ਬੇਨਤੀ ਕਰਾਂਗੇ ਆਪਣਾ ਸੁਖਬੀਰ ਸਿੰਘ ਬਾਦਲ ਨੂੰ ਕਿ ਮੁੱਖ ਮੰਤਰੀ ਬਣਨ। ਮੈਂ ਉਹਨਾਂ ਤੋਂ ਬੇਨਤੀ ਕਰਕੇ ਇਹ ਕਹੂੰਗਾ ਇੱਥੇ ਮੈਡੀਕਲ ਕਾਲਜ ਜਿਹੜਾ ਸਾਡੇ ਇਸ ਹਲਕੇ ਦੇ ਵਿੱਚ ਹੋਵੇ। ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ। ਇਸ ਉਮੀਦ ਨਾਲ ਸਾਨੂੰ ਉਮੀਦ ਹੈ ਲੌਂਗੋਵਾਲ ਸਾਹਿਬ, ਇੱਕ ਤਾਂ ਇਹ ਕਾਲਜ ਹੈ ਜਿਹੜਾ ਸਾਡਾ ਬਾਬਾ ਹੀਰਾ ਸਿੰਘ ਭੱਠਲ, ਇਹਨੂੰ ਪੁਨਰ ਸੁਰਜੀਤ ਕਰਨਾ ਹੈ। ਇੱਕ ਇੱਥੇ
ਆਰਟ ਸਾਇੰਸ ਕਾਲਜ ਦੀ ਵੀ ਬਹੁਤ ਜ਼ਿਆਦਾ ਲੋੜ ਹੈ, ਉਹਦਾ ਵੀ ਧਿਆਨ ਰੱਖਿਓ। ਉਹ ਵੀ ਇੱਥੇ ਖੁੱਲ੍ਹ ਜੇ ਤੇ ਸਾਡੇ ਸ਼ਹਿਰ ਦੀ ਜਿਹੜੇ ਬੇਸਿਕ ਲੋੜਾਂ ਨੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਹ ਪੂਰੀਆਂ ਕਰੋਗੇ, ਤਾਂ ਜੋ ਇਸ ਹਲਕੇ ਦੀ ਅਸੀਂ ਵੱਧ ਚੜ੍ਹ ਕੇ ਇਸ ਇਲਾਕੇ ਦੀ ਸੇਵਾ ਕਰ ਸਕੀਏ। ਜਿੱਥੇ ਅਸੀਂ ਦੁੱਖ ਸੁੱਖ ਦੇ ਵੀ ਇੱਕ ਦੂਸਰੇ ਦੇ ਸਾਥ ਪਾ ਸਕੀਏ, ਉੱਥੇ ਇਲਾਕੇ ਦੇ ਜੋ ਦਰਪੇਸ਼ ਮੁਸ਼ਕਲਾਂ ਨੇ ਉਹਨੂੰ ਵੀ ਪੰਜਾਬ ਦੀ ਵਿਧਾਨ ਸਭਾ ਵਿੱਚ ਚੱਕ ਕੇ, ਚਾਹੇ ਵਪਾਰੀਆਂ ਦੀ ਮੁਸ਼ਕਲਾਵਾਂ ਨੇ, ਚਾਹੇ ਕਿਸਾਨਾਂ ਦੀਆਂ ਨੇ, ਚਾਹੇ ਗਰੀਬ ਮਜ਼ਦੂਰ ਦੀ, ਛੋਟੇ ਦੁਕਾਨਦਾਰ ਦੇ ਜੋ ਵੀ ਮੁਸ਼ਕਲਾਵਾਂ ਨੇ, ਉਹਨੂੰ ਸਾਰੇ ਰਲ ਮਿਲ ਕੇ ਇਹਨੂੰ ਹੱਲ ਕਰ ਸਕੀਏ। ਇਹਨਾਂ ਹੀ ਤੁਹਾਨੂੰ ਬੇਨਤੀ ਕਰਦਾ ਕਿ ਆਉਣ ਵਾਲੀ 20 ਤਰੀਕ ਨੂੰ ਸਾਡਾ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹੋਇਆ ਰੁੱਤ ਪੱਤ ਕਰਦੀ ਆਈ, ਕੀ ਹੋਇਆ ਰੁੱਤ ਪੱਤ ਕਰਦੀ ਆਈ, ਤੁਸੀਂ ਆਂਟੀ ਉੱਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਂ ਕਲਮਾਂ ਗੁਲਾਬ ਦੀਆਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੋ ਸਰਕਾਰ ਆਈ, ਸਾਰੀਆਂ ਬੰਦ ਪਈਆਂ ਸਕੀਮਾਂ, ਸਾਰੇ ਬੰਦ ਪਏ ਦਾਇਰੇ ਆਪਣੇ ਹਲਕੇ ਦੇ ਵਿੱਚ ਪੂਰਨ ਸੁਰੱਖਿਅਤ ਹੋਣਗੇ ਤੇ ਇਲਾਕੇ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ। ਇਸ ਤੋਂ ਅੱਗੇ ਵੱਧ ਕੇ ਸਾਡੇ ਚੇਅਰਮੈਨ ਸਾਹਿਬ ਜੀ ਨਿਰਮਲ ਕੁੜਾਏ ਜੀ। ਸਤਿਕਾਰਯੋਗ ਬਾਬਾ ਜੀ ਅਵਤਾਰ ਸਿੰਘ ਜੀ, ਸਾਰਿਆਂ ਦਾ ਲਾਡੀ ਵੀਰ ਸਾਡਾ ਅੰਮ੍ਰਿਤਸਰ ਦੀ ਕੁੜੀਆ ਖਾਈ ਬਸਤੀ ਆਏ ਨੇ, ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ। ਤੇ ਸਾਰੇ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਤੇ ਸਾਡੇ ਮਹਾਕਾਲੀ ਮੰਦਰ ਕਮੇਟੀ ਦੇ ਮੰਡਲੀ ਵੱਲੋਂ ਸਭ ਨੂੰ ਜੀ ਆਇਆਂ ਤੇ ਨਾਲ BSP ਦੇ ਜਿਤਨੇ ਵੀ ਲੀਡਰ ਸਾਹਿਬਾਨ ਆਏ ਉਹਨਾਂ ਨੂੰ ਜੀ ਆਇਆਂ। ਪਰ ਵਿਸ਼ੇਸ਼ ਤੌਰ ਤੇ ਜੋ ਸਾਡੇ ਲਹਿਰੇ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਮੀ ਸਮਾਰੋਹ ਕੀਤਾ ਹੈ, ਸਾਰੀ ਸੰਸਥਾਵਾਂ ਨੂੰ ਬੁਲਾ ਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਸਾਡੇ ਇਲਾਕੇ ਨੂੰ ਜਿਹੜੀਆਂ ਬਹੁਤ ਘੱਟਾਂ ਨੇ ਮੈਡੀਕਲ ਕਾਲਜ ਦੀਆਂ, ਹਸਪਤਾਲ ਦੀਆਂ, ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਆਉਣ ਵਾਲੀ ਚੋਣਾਂ ਵਿੱਚ ਪਰਮਾਤਮਾ ਨਾਲ ਤੰਦਰੁਸਤੀ ਬਖਸ਼ੇ ਤੇ ਲਹਿਰੇ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਜਦੋਂ ਕੋਈ ਰੱਬ ਨਾ ਕਰੇ ਬਿਮਾਰ ਪੈ ਜਾਂਦਾ ਕਿ ਰਾਤ ਨੂੰ ਹੱਥਾਂ ਪੈਰਾਂ ਦੇ ਪੈ ਜਾਂਦੇ, ਕਿੱਥੇ ਲੈ ਕੇ ਜਾਈਏ, ਕੋਈ ਵੀ ਸਾਧਨ ਨਹੀਂ ਮਿਲਦਾ, ਕੋਈ ਵੀ ਡਾਕਟਰ ਤਾਂ ਜੋ ਲਹਿਰੇ ਦੇ ਜੋ ਮੁੱਢਲੀਆਂ ਲੋੜਾਂ ਨੇ, ਮੈਡੀਕਲ ਕਾਲਜ ਤੇ ਬਾਬਾ ਜੀਵਨ ਸਿੰਘ ਭੱਟਲ ਕਾਲਜ ਮੁੜ ਤੋਂ ਸਰਜੀਤ ਹੋਵੇ। ਜਿਵੇਂ ਪਹਿਲਾਂ ਲਹਿਰੇ ਦੇ ਵਿੱਚ ਰੌਣਕਾਂ ਲੱਗਦੀਆਂ ਸੀ, ਉਸ ਤਰ੍ਹਾਂ ਰੌਣਕਾਂ ਲੱਗਣ। ਸੋ ਇਹੀ ਕਹਿੰਦੇ ਹੋਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਕਪਲਾਨ ਸਾਹਿਬ ਜੀ, ਸਾਡੇ ਜੱਗੀ ਜੀ, ਸਾਰੇ ਜੋ ਕਿ ਬੜੀ ਮਿਹਨਤ ਨਾਲ ਲੱਗੇ ਹੋਏ ਨੇ। ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ, ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਇਹਨਾਂ ਨੂੰ ਕਾਮਯਾਬੀ ਪ੍ਰਦਾਨ ਕਰੇ। ਜੈ ਮਾਤਾ। ਇਸ ਤੋਂ ਬਾਅਦ ਸਾਡੇ BSP ਦੇ ਬਹੁਤ ਹੀ ਜੁਝਾਰੂ ਨੇਤਾ ਖੰਡਾ ਸਾਹਿਬ, ਵੱਖ ਵੱਖ ਸੰਸਥਾ ਤੋਂ ਸਾਰੀਆਂ ਸ਼ਕਤੀਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੌਂਗੋਵਾਲ ਸਾਹਿਬ ਜੀ, ਅਸੀਂ ਵੀ ਸਾਰੀਆਂ ਗੱਲਾਂ ਇਹਨਾਂ ਨੂੰ ਪਹਿਲਾਂ ਨੋਟ ਕਰਾ ਦਿੱਤੀਆਂ ਕਿ ਜਿਵੇਂ ਹਸਪਤਾਲਾਂ ਦੇ ਡਾਕਟਰਾਂ ਦੀ ਘਾਟ ਜਾਂ ਸਕੂਲਾਂ ਦੇ ਮਾਸਟਰਾਂ ਦੀ ਘਾਟ, ਕੱਢੀ ਗੱਲ ਦੱਸੀ ਹੈ। ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਵਿਧਾਨ ਸਭਾ ਹਲਕਾ ਦੇ ਵਿੱਚ ਡਾਕਟਰਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਵੀ ਪੂਰੀਆਂ ਹੋਣੀਆਂ, ਹਸਪਤਾਲਾਂ ਦੀਆਂ ਪੋਸਟਾਂ ਨੇ ਉਹ ਵੀ ਪੂਰੀਆਂ ਹੋਣੀਆਂ। ਜਿਹੜਾ ਭੱਠਲ ਕਾਲਜ ਦਾ ਰੌਲਾ ਪਿਆ ਤਨਖਾਹ, ਉਹਨਾਂ ਨੇ ਵੀ ਇਹਨਾਂ ਦੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਸਿਫਾਰਿਸ਼ ਕਰੀ ਹੈ। ਅਸੀਂ ਵੀ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਹਲਕਾ ਲਹਿਰਾ ਹੈ ਉਹ ਬਹੁਤ ਪਛੜਾ ਹੈ। ਉਹਨਾਂ ਨੇ ਵੀ ਸੁਖਬੀਰ ਜੀ ਨਾਲ ਗੱਲ ਕਰੀ ਹੈ ਕਿ ਵਿਧਾਨ ਸਭਾ ਲਹਿਰਾ ਹਲਕੇ ਦੇ ਵਿੱਚ ਜ਼ਰੂਰ ਇੱਕ ਹਸਪਤਾਲ ਬਣਾ ਲਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸ਼੍ਰੋਮਣੀ ਕਮੇਟੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਕੋਲੋਂ ਉਮੀਦਵਾਰ ਬਣਾ ਕੇ ਭੇਜੇ ਨਾ, ਇਹਦੇ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਜੋ ਸਾਡਾ ਲਹਿਰਾ ਕਰਦਾ ਇਹ ਪਛੜਿਆ ਹੋਇਆ ਇਲਾਕਾ, ਪਿਛਲੇ ਵਾਰੀ ਵੀ ਜੋ ਇੱਥੇ ਡਿਵੈਲਪਮੈਂਟ ਕਰਾਈ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਆ, ਕਿਉਂਕਿ ਜੋ ਸਾਡੇ ਪ੍ਰੋਫੈਸਰ ਸਿੰਘ ਢੀਂਡਸਾ ਜੀ ਨੂੰ ਆਪਾਂ ਜਿਤਾਇਆ ਸੀ, ਉਹਨਾਂ ਨੂੰ 5.5 ਕਰੋੜ ਰੁਪਇਆ ਉਹ ਸ਼੍ਰੋਮਣੀ ਅਕਾਲੀ ਦਲ
ਨਹੀਂ ਕੀਤਾ ਸੀ ਤਾਂ ਹੀ ਉਹਨਾਂ ਨੇ ਇੱਥੇ ਆਪਣੀ ਡਿਵੈਲਪਮੈਂਟ ਕਰਾਈ। ਹੁਣ ਆਪਣਾ ਦੁਬਾਰਾ ਫੇਰ ਵਕਤ ਬਣਦਾ ਕਿ ਆਪਾਂ ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਜਿਤਾਈਏ, ਨਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਇਹਨਾਂ ਨੂੰ ਵੱਧ ਤੋਂ ਵੱਧ ਫੰਡ ਅਤੇ ਵੱਧ ਤੋਂ ਵੱਧ ਇੱਥੇ ਲਹਿਰੇ ਦੇ ਵਿਕਾਸ ਬਾਰੇ ਪੈਸੇ ਦੇਣ। ਅਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੋ ਸਾਡੀਆਂ ਦੂਜੀਆਂ ਪਾਰਟੀਆਂ ਨੇ ਉਹ ਪਾਰਟੀਆਂ ਸਾਡੀਆਂ ਸੈਕਟਰ ਨਾਲ ਜੁੜੀਆਂ ਹੋਈਆਂ ਨੇ, ਪਰ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇਹ ਮਤਲਬ ਸਾਡੀ ਖੇਤਰੀ ਪਾਰਟੀ ਹੈ, ਇਹ ਕਦੇ ਪੰਜਾਬ ਬਾਰੇ ਸੋਚਦੀ ਆ, ਸਾਡੇ ਹਲਕੇ ਬਾਰੇ ਸੋਚਦੀ ਆ ਅਤੇ ਪੰਜਾਬ ਦੇ ਭਲੇ ਬਾਰੇ ਸੋਚਦੀ ਆ। ਜਿੰਨੀਆਂ ਵੀ ਇਹਨਾਂ ਨੇ ਸਹੂਲਤਾਂ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਾਡੇ ਪੰਜਾਬ ਲਈ ਜੋ ਦੂਜੀਆਂ ਪਾਰਟੀਆਂ ਆਈਆਂ ਉਹ ਸਹੂਲਤਾਂ ਉਹਨਾਂ ਨੇ ਬੰਦ ਕੀਤੀਆਂ। ਕਿਉਂਕਿ ਆਪਾਂ ਦੇਖ ਸਕਦੇ ਹਾਂ ਵੀ ਜਿਵੇਂ ਪਿੰਡਾਂ 'ਚ ਸੇਵਾ ਕੇਂਦਰ ਕਰਵਾਏ, ਉਹ ਸੇਵਾ ਕੇਂਦਰਾਂ ਦੀ ਪਿੰਡਾਂ ਵਾਲੇ ਲੋਕਾਂ ਨੂੰ ਬਹੁਤ ਮਤਲਬ ਉਹਨਾਂ ਨੂੰ ਸਹੂਲਤ ਮਿਲੀ, ਉਹਨਾਂ ਦੇ ਕੰਮ ਕਾਜ ਪਿੰਡਾਂ 'ਚ ਹੁੰਦੇ ਸੀ ਅਤੇ ਜੋ ਸਾਡੇ ਨੌਜਵਾਨ ਸੀ ਉਹਨਾਂ ਸੇਵਾ ਕੇਂਦਰਾਂ ਵਿੱਚ ਉਹਨਾਂ ਨੂੰ ਰੁਜ਼ਗਾਰ ਮਿਲਿਆ ਸੀ। ਇਸ ਕਰਕੇ ਜੋ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਇਹ ਰੁਜ਼ਗਾਰ ਬਾਰੇ, ਸਿਹਤ ਸਹੂਲਤਾਂ ਬਾਰੇ ਅਤੇ ਹਰ ਇੱਕ ਜੋ ਇਨਸਾਨੀ ਫਰਜ਼ ਆ ਉਹਨਾਂ ਨੂੰ ਪੂਰਾ ਕਰਨਾ ਕਰਦੀ ਆ ਅਤੇ ਕਰਦੀ ਆਈ ਆ। ਇਸ ਕਰਕੇ ਮੈਂ ਬਹੁਤ ਚਿਰ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਸਾਡੇ ਲਹਿਰੇ ਕਰਕੇ ਦੇ ਸੂਝਵਾਨ ਨੌਜਵਾਨ ਕਈ ਨੌਜਵਾਨਾਂ ਨੇ ਇੱਥੇ ਕੁਐਸਚਨ ਵੀ ਕੀਤੇ ਨੇ ਵੀ ਜੇ ਤੁਸੀਂ ਜਿੱਤੇ ਕੀ ਕਰੋਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ 13 ਮੁਕਾਤੀ ਪ੍ਰੋਗਰਾਮ ਸਾਡਾ ਲੀਡਰ ਕੱਢਿਆ ਹੋਇਆ। ਉਹ ਲੀਡਰ ਦੇ ਸਾਰੀਆਂ ਮੰਗਾਂ ਉਹ ਮੰਗਾਂ ਆਪਾਂ ਲੀਡਰ ਸਾਂਭ ਕੇ ਰੱਖ ਸਕਦੇ ਹਾਂ ਜੇਕਰ ਆਪਾਂ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਜਿਤਾਉਣਾ ਇਹਨਾਂ ਦੇ ਸਿਰ 'ਤੇ ਹੱਥ ਰੱਖਦੇ ਹਾਂ ਤਾਂ ਉਹ ਲੀਡਰ ਨੂੰ ਸਾਂਭ ਕੇ ਆਪਾਂ ਬਾਅਦ ਵੀ ਇਹਨਾਂ ਨਾਲ ਡਿਸਕਸ ਕਰ ਸਕਦੇ ਹਾਂ। ਕਿਉਂਕਿ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜੋ ਕਹਿੰਦੀ ਆ ਉਹ ਕਰਦੀ ਆ, ਇਹ ਵਚਨ ਵਾਅਦਾ ਕਰਦੀ ਆ ਲੋਕਾਂ ਨਾਲ ਅਤੇ ਹਰ ਇੱਕ ਲੋਕਾਂ ਦੇ ਵਿਕਾਸ ਬਾਰੇ ਸੋਚਦੀ ਆ। ਮੈਂ ਇੰਨਾ ਕਹਿੰਦਾ ਹੋਇਆ ਕਿ ਮੈਂ ਜ਼ਰੂਰ ਸਾਡੇ ਜੋ ਸਾਥੀ ਪੰਜਾਬ 'ਚ ਜੋ ਵੱਖ-ਵੱਖ ਜਥੇਬੰਦੀਆਂ ਅਹੁਦੇਦਾਰਾਂ ਦੇ ਸਾਥੀ ਆਏ ਉਹਨਾਂ ਦਾ ਧੰਨਵਾਦ ਕਰਨਾ ਅਤੇ ਇੱਕ ਬੇਨਤੀ ਕਰਨਾ ਕਿ ਜੇ ਗੁਰੂ ਦਾ ਲੰਗਰ ਆ ਇੱਥੇ ਕਿਸੇ ਨੂੰ ਵੀ ਕਾਲੀ ਜਾਂ ਆਪੋ-ਆਪੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਗੁਰੂ ਦਾ ਲੰਗਰ ਕਿਤੇ ਵੀ ਮਤਲਬ ਅਟੁੱਟ ਲੰਗਰ ਹੁੰਦਾ ਇਹ ਨਾਮਕਰਨ ਵਾਲਾ ਲੰਗਰ ਹੁੰਦਾ। ਇਸ ਕਰਕੇ ਸ਼ਾਂਤੀ ਨਾਲ ਸਹਿਜ ਸੁਭਾਅ ਨਾਲ ਲੰਗਰ ਛਕ ਕੇ ਜਾਣਾ। ਧੰਨਵਾਦ। ਮੈਂ ਤਾਂ ਦਾਅਵੇ ਨਾਲ ਕਹਿ ਸਕਦਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਜਿਹੜਾ ਜੀਵਨ ਉਹ ਸੰਤਾਂ ਵਰਗਾ ਸੀ, ਭਗਤਾਂ ਵਰਗਾ ਜੀਵਨ, ਕਿਉਂਕਿ ਇਹਨਾਂ ਨੇ 5 ਵਾਰੀ ਇਲੈਕਸ਼ਨ ਜਿੱਤੀ ਹੈ, ਇੱਕ ਵੀ ਦਾਲ ਅੱਜ ਤੱਕ ਦਾਮਨ ਤੇ ਨਹੀਂ ਹੈ। ਇਹਨਾਂ ਨੇ 3 ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ ਤੇ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਉਂਗਲਾਂ ਤੇ ਕੋਈ ਨਹੀਂ ਰੱਖ ਸਕਦਾ। ਅਸੀਂ ਜਦੋਂ ਜਿਹੜਾ ਬੰਦਾ ਕਿਸੇ ਲੀਡਰ ਦੀ ਮਦਦ ਕਰਦੇ ਵਰਕਰ ਜਦੋਂ ਉਹਨੂੰ ਲੋਕ ਸਵਾਲ ਕਰਦੇ ਨੇ ਤਾਂ ਉਹ ਸਵਾਲਾਂ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ, ਪਰ ਸਾਡੀ ਗੱਲ ਉੱਚੀ ਹੋ ਜਾਂਦੀ ਹੈ ਜਦੋਂ ਅਸੀਂ ਇੱਕ ਨੇਕ ਦਰਵੇਸ਼ ਤੇ ਭਗਤ ਸਿਆਸਤਦਾਨ ਦੀ ਮਦਦ ਕਰਦੇ ਹਾਂ। ਉਹ ਇੱਕ ਤਰ੍ਹਾਂ ਦਾ ਆਤਮਾ ਦੀ ਆਵਾਜ਼ ਸੁਣਨ ਵਾਲੇ ਗਰੀਬਾਂ ਦੀ ਮਦਦ ਕਰਨ ਵਾਲੀ ਗੱਲ ਹੁੰਦੀ ਹੈ। ਮੈਂ ਜ਼ਿਆਦਾ ਕੁਝ ਨਾ ਬੋਲਦਾ ਹੋਇਆ ਮੈਂ ਬਹੁਤ ਪਰਮਾਤਮਾ ਤੋਂ ਆਸ ਕਰਦਾ ਵੀ ਜਿਹਨੇ ਸਾਰਾ ਪਰਿਵਾਰ ਇਹਦੀ ਲੜਕੀ ਗੁਰਮਨ ਹਰਮਨ ਇਹਨਾਂ ਦੀ ਗੁਰਾਣੀ ਇਹਨਾਂ ਦੀ ਕੁੜਮਣੀ ਤੇ ਸਰਦਾਰ ਬਹਾਦਰ ਸਿੰਘ ਜੀ ਸਾਰੇ ਬੜੀ ਮਿਹਨਤ ਕਰਦੇ ਨੇ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਜਿੰਨਾ ਜੀਵਨ ਆਪਣਾ ਦੁਨੀਆ ਫਿਰ ਕੇ ਦੇਖਿਆ ਇੰਨਾ ਪਿਆਰ ਸਤਿਕਾਰ ਇਸ ਤਰ੍ਹਾਂ ਦਾ ਏਕਾ ਤੇ ਇਸ ਤਰ੍ਹਾਂ ਦੀ ਪਰਮਾਤਮਾ ਦੀਆਂ ਰੂਹਾਂ ਵਰਗੀ ਰੂਹ ਮੈਂ ਅੱਜ ਤੱਕ ਦੇ ਰਿਹਾ। ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਵੀ ਤੁਸੀਂ ਸਾਰੇ ਤਨ ਮਨ ਤੇ ਧਨ ਨਾਲ ਇਹਨਾਂ ਨੂੰ ਜਿਤਾਓ ਤੇ ਜਿਹੜੀਆਂ ਇਹ ਵਾਅਦੇ ਕਰਦੇ ਨੇ ਸਾਨੂੰ ਪੂਰਨ ਆਸ ਹੈ ਇਹ ਪੂਰੇ ਕਰਨਗੇ, ਕਿਉਂਕਿ ਪਹਿਲਾਂ ਵੀ ਨਹੀਂ ਪੂਰੇ ਕੀਤੇ। ਯਾਰ ਜੀ ਦਾ ਖਾਲਸਾ ਇਹ ਵੀ ਸਾਡੇ ਪੰਜਾਬ ਦਾ ਇਹ ਕੱਟ ਸੀ ਉੱਥੇ ਇਹਨਾਂ ਕੱਟ ਸੀ ਗੱਡੀ ਭਰਾ ਨੂੰ ਕਿਤੇ ਜਗ੍ਹਾ ਨਹੀਂ ਮਿਲੀ ਹੈਗੀ। ਇਸ ਕਰਕੇ ਅਸੀਂ ਲੇਟ ਹੋ ਗਏ। ਮੈਂ ਗੱਲ ਕਰਨਾ ਨਹੀਂ ਕਰਦਾ, ਪਰ ਸਾਡੇ ਸਰਕਾਰ ਜੋ ਕੈਂਡੀਡੇਟ ਸਾਹਿਬ ਜਿਹੜੇ ਇਸ ਤਰ੍ਹਾਂ ਦੀ ਨਰਮਾਈ ਦੇ ਵਿੱਚ ਨੇ ਅੱਜ ਤੱਕ ਸਾਡੇ ਹਲਕੇ ਦੇ ਵਿੱਚ ਨਹੀਂ ਕੋਈ ਆਇਆ, ਪਰ ਅਸੀਂ ਇਹਨਾਂ ਦੀ ਮਦਦ ਦਿਨ ਰਾਤ ਕਰਕੇ ਪੂਰੀ ਕਰਾਂਗੇ। ਪਰ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਕੈਂਡੀਡੇਟ ਪਛਾਣ ਕੇ ਵੋਟ ਪਾਉਣੀ ਹੈ ਕਿ ਵੋਟ ਕੋਈ ਲਿਖਣੀ ਵੀ ਜਦੋਂ ਕੋਈ ਵੋਟ ਪਾ ਦਿਓ ਪਾਰਟੀ ਦੇ ਅੱਗੇ। ਸਾਡੀ ਬੇਨਤੀ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਇਸ ਕਰਕੇ ਤੁਹਾਨੂੰ ਕਹਿੰਦੇ ਹਾਂ ਕਿ ਪਛਾਣ ਕੇ ਵੋਟ ਪਾਉਣੀ ਹੈ ਜੋ ਕੈਂਡੀਡੇਟ ਸਾਹਿਬਾਨ ਆਏਗੇ ਨੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਆਗੂ ਇਕੱਠੇ ਹੋਏ ਇਸ ਮੇਲੇ ਸਮਾਰੋਹ ਦੇ ਵਿੱਚ, ਕਿਉਂਕਿ ਆਪਾਂ ਨੂੰ ਅਕਾਲੀ ਦਲ ਨੇ ਇੱਕ ਸੂਝਵਾਨ ਤੇ ਇੱਕ ਇਮਾਨਦਾਰ ਲੀਡਰ ਦਿੱਤਾ ਹੈ। ਕੋਈ ਦਾਗ ਨਹੀਂ ਇਹਨਾਂ ਦੇ। ਮੈਂ ਤਾਂ ਕਹੂੰਗਾ ਇੱਕ ਮੌਕਾ ਦਿਓ ਇਹਨਾਂ ਨੂੰ। ਅੱਜ ਇਹਨਾਂ ਨੂੰ ਤੁਹਾਡੀ ਲੋੜ ਹੈ, ਕੱਲ ਨੂੰ ਆਪਾਂ ਨੂੰ ਇਹਨਾਂ ਦੀ ਲੋੜ ਹੋਊਗੀ।
ਜਦੋਂ ਵੀ ਵਿਕਾਸ ਹੋਏ ਹੈ 10 ਸਾਲ ਦੇ ਵਿੱਚ ਵਿਕਾਸ ਹੋਏ ਹੈ ਤਾਂ ਅਕਾਲੀ ਦਲ ਦੇ ਵਿੱਚ ਹੀ ਹੋਇਆ ਹੈ। ਸੋ ਕਿਉਂ ਨਾ ਆਪਾਂ ਇਹਨਾਂ ਨੂੰ ਜਿਤਾਈਏ, ਇੱਕ ਇੱਕ ਵੋਟ ਆਪਣੀ ਤਨ ਦੇ ਮਨ ਦੇ ਨਾਲ ਪਾਈਏ। ਤੇ ਮਿਹਨਤ ਬਹੁਤ ਕੀਤੀ ਹੈ ਸਾਡੇ ਕਪਲਾ ਜੀ ਨੇ, ਗੁਰਮੀਤ ਖਾਈ ਜੀ ਨੇ ਤੇ ਸਾਡੇ ਆਸੂ ਜਿੰਦਲ ਜੀ ਨੇ। हाँ, मैं लोगों सामने जरूर कहूँगा भी एक गल जरूर ध्यान रखियो, जित प्राप्त करोगे तो आ साढ़े जो बंदे मूहरे लाए हुए ने साढ़े जागरूक भी इन्हें जरूर ध्यान रखियो। बड़े वीर कपला जी वालों, गुरमीत खाई जी, आसू जिंदल जी, जगविंदर जी जो पूरे तन मन के नाल लोगों सामने लगे हुए ने। मैनू जो भी देखना मैं तो ये ना जरूर आते हैं। तो इन्हों वालों जिन्हें भी निके सके तो सारी संस्थान पहुंचे, सबका बहुत बहुत धन्यवाद। जय माता। विराजमान सभी संस्थाओं के आगू, सामाजिक संस्थाओं एवं धार्मिक संस्थाओं के आगू एवं हमारे हल्के के माननीय पूजनीय श्रोमणी अकाली दल एवं बहुजन समाज पार्टी के उम्मीदवार भाई गोविंद सिंह जी लोंगोवाल साहब एवं उनके साथ उनकी टीम और विभिन्न संस्थाओं से सभी आगू, पूरे लहरे हल्के से आगे हुए सभी आगू साहबान, सभी को राम राम। वाहिगुरु जी का खालसा, वाहिगुरु जी की फतेह। दोस्तों, सबसे पहले मैं 2 नारे लगाऊंगा, सबके साथ देना है। श्रोमणी अकाली दल जिंदाबाद, श्रोमणी अकाली दल जिंदाबाद, बहुजन समाज पार्टी जिंदाबाद, बहुजन समाज पार्टी जिंदाबाद। जय भारत, जय भारत, जय भारत, जय भारत। दोस्तों, आज मुझे बड़ी खुशी हो रही है कि नवा शहर के अंदर बहन मायावती जी की सभा हुई। एक ऐसी रैली, विशाल रैली, विशाल जनसमूह, मुझे ऐसा लगता है कि आज कईयों को रात को नींद नहीं आएगी, उनको मिर्ची लगी होगी। शायद कुछ लोग आज रात अनशन रखे, रोटी भी ना खाए, क्योंकि हमारा जो एक गठजोड़ है बहुमत की ओर आगे बढ़ रहा है। इस रैली से हमारी सीटों की संख्या बढ़ेगी और आने वाली 10 मार्च को हमारी सरकार बनेगी, हमारी सरकार बनेगी। अब मेरे प्यारे सभी बंधुओं, मेरी आप सभी से विनय है, हाथ जोड़कर प्रार्थना है कि आने वाली 20 तारीख को अपना एक एक कीमती वोट तकरीजा बटन दबा के भाई गोविंद जी लोंगोवाल साहब को जिता के अपनी जड़ी लहरे की सीट है बादल साहब की छोड़ी में डाल दो, जिससे हमारी एक सीट की उन्नति होगी, हमारी एक सीट प्लस होगी। जिस प्रकार से पिछली बार हमने एक बहुत बड़ा वृक्ष, एक बहुत बड़े पीपल को तोड़ लगा था, 5 पलानों से बढ़ता जा रहा था, उसको उड़ा दिया था। उसी प्रकार से इस बार भी हम सभी सोचते जितनी भी संस्थाओं के, मेरे पूरे इलाके के यहाँ जनप्रतिनिधि भाई बुजुर्ग बहनें आई हुई है, सभी आज सोचते कि हम अपना वोट, अपने परिवार का वोट, अपने रिश्तेदारों का वोट, सभी एक एक वोट लकड़ी का बटन दबाए और सदा सुखबीर बादल जी की सरकार को लाए। मेरी यही सभी से प्रार्थना है। बाकी लोंगोवाल साहब जी ने एक बहुत ही
बहुत ही बढ़िया बात कही कि मैं देख रहा अभी उनके पास आवाज आई थी यहाँ एक कॉलेज है स्वतंत्रता सेनानी के नाम से। बड़े शर्म की बात है कि 36 महीनों से तनख्वाह नहीं दी। उन्होंने विश्वास दिलाया है कि हमारी सरकार आएगी, आपके बहुमत से आएगी, आपके एक एक बटन दबाने से आएगी। उसका एवं यहाँ लहरा के अंदर बीच में मुड़ पड़ता है और पल्ले सीने के ऊपर मेरा शहर खंड पड़ता है। एक बहुत बड़ा कॉलेज होगा, एक बहुत बड़ा हॉस्पिटल होंगे। ये बात ये भाई लोगों साहब ने आज से 1 महीना पहले भी कही थी कि मैंने सरदार सुप्रीम बादल साहब से बात कर ली है और उन्होंने हाँ भी कर दी है कि एक बहुत बड़ा आपके लैब के अंदर हम हॉस्पिटल बनाएंगे। और इसके साथ ही मैं आपको विश्वास दिलाता हूँ कि ऐसी शख्सियत हमें नहीं मिलेगी और अंत में एक महीने भी करता हूँ कि अपना एक कीमती वोट 20 तारीख को तकरीब अपने दबा के सरदार जी की झोली बनाते। जय हिंद ਜੀ ਵਿਵੇਕ ਮੋਹਤ ਗਿੱਲ ਵਿਵੇਕ ਮੀਡੀਆ ਤੋਂ ਅਸੀਂ ਅੱਜ ਤੁਹਾਡੇ ਰੂਬਰੂ ਅੱਜ ਕਰ ਰਹੇ ਹਾਂ। ਅੱਜ ਪਹੁੰਚੇ ਅੱਜ ਹਲਕਾ 99 ਦੇ ਵਿੱਚ ਜਿਹਦੇ ਸਾਡੇ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਗਠਬੰਧਨ ਤੋਂ ਸਾਡੇ ਅੱਜ ਉਮੀਦਵਾਰ ਨੇ ਗੋਬਿੰਦ ਸਿੰਘ ਜੀ ਲੌਂਗੋਵਾਲ। ਸੋ ਉਹਨਾਂ ਨੂੰ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਉਹਨਾਂ ਤੋਂ ਕੁਝ ਸਵਾਲ ਨੇ, ਕੁਝ ਪਬਲਿਕ ਦੇ ਤੇ ਕੁਝ ਉਹਨਾਂ ਦੇ ਐਲਾਨ ਨੇ ਪਬਲਿਕ ਦੇ ਲਈ, ਉਹ ਤੁਹਾਨੂੰ ਖੁਦ ਦੱਸਣਗੇ। ਤੁਹਾਨੂੰ ਤੁਹਾਡੀ ਅੱਜ ਸਾਡੇ ਚੈਨਲ ਦੇ ਉੱਤੇ ਗੋਬਿੰਦ ਸਿੰਘ ਜੀ ਤੁਹਾਡਾ ਸਵਾਗਤ ਹੈ। ਉਸ ਤਰ੍ਹਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਲਹਿਰੇ ਦੇ ਬਹੁਤ ਸਾਰੀਆਂ ਸੰਸਥਾ ਜਿਹੜੀਆਂ ਇੱਥੇ ਆਏ ਨੇ, ਵਪਾਰੀ ਸੱਜਣ ਵੀ ਆਏ ਨੇ, ਦੁਕਾਨਦਾਰ ਵੀ ਆਏ ਨੇ, ਵੱਖ-ਵੱਖ ਸੰਸਥਾ ਨੇ ਜਿਹੜੀਆਂ ਮੰਦਰ ਕਮੇਟੀਆਂ ਨੇ ਜਾਂ ਗਊਸ਼ਾਲਾ ਕਮੇਟੀ ਹੈ ਜਾਂ ਕਲੱਬ ਨੇ, ਉਹ ਸਾਰੇ ਸਾਡੇ ਇੱਥੇ ਆ ਭਰਵਾਂ ਗਿਣਤੀ ਵਿੱਚ ਇੱਥੇ ਆਏ ਨੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਸਾਰੀਆਂ ਗੱਲਾਂ ਸੁਣੀਆਂ ਸੀ। ਉਹਨਾਂ ਨਾਲ ਬੈਠ ਕੇ ਜੋ ਕੋਈ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹ ਵੀ ਸਾਂਝੀਆਂ ਕੀਤੀਆਂ ਨੇ, ਜੋ ਵੀ ਇੱਥੇ ਦੀ ਕੋਈ ਲੋੜੀਂਦੀਆਂ ਚੀਜ਼ਾਂ ਨੇ ਸਾਨੂੰ ਆਉਣ ਵਾਲੇ ਸਮੇਂ 'ਚ ਉਹ ਵੀ ਸਾਂਝੀਆਂ ਕੀਤੀਆਂ ਨੇ। ਸੋ ਮੈਂ ਦੇਖਿਆ ਕਿ ਸਾਡੇ ਇਸ ਹਲਕੇ ਦੇ ਵਿੱਚ ਇਹ ਲਹਿਰਾ ਪੰਜਾਬ ਦੇ ਇੱਕ ਕੋਨੇ 'ਤੇ ਆ ਜਾਂਦਾ। ਸਾਡੇ ਜ਼ਿਲ੍ਹਾ ਸੰਗਰੂਰ ਦੇ ਵੀ ਕੋਨੇ 'ਤੇ ਉੱਤੇ ਇਹ ਸਾਡਾ ਇਹ ਲਹਿਰਾ ਹਲਕਾ ਹੈ ਜਿਹੜਾ ਪੂਰਾ ਹਰਿਆਣੇ ਦੀ ਬਾਰਡਰ ਦੇ ਨਾਲ ਲੱਗਦਾ ਹੈ। ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਨੇ, ਜਿਵੇਂ ਹੈਲਥ ਦੀ ਗੱਲ ਕਰ ਲਈਏ ਕਿ ਹੈਲਥ ਦੀ ਬਹੁਤ ਹਸਪਤਾਲ ਦੀ ਬਿਲਡਿੰਗ ਭਾਵੇਂ ਸਾਡੇ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣ ਗਈ ਸੀ, ਭਾਵੇਂ ਲਹਿਰੇ ਔਰ ਮੂਣਕ ਬਹੁਤ ਵੱਡੀ ਬਿਲਡਿੰਗ ਬਣ ਗਈ ਸੀ, ਲੇਕਿਨ ਅੱਜ ਅਸੀਂ ਦੇਖਿਆ ਕਿ ਉਹਦੇ ਵਿੱਚ ਸਹੂਲਤਾਂ ਦੀ ਬਹੁਤ ਘਾਟ ਹੈ। ਨਾ ਉੱਥੇ ਕੋਈ ਡਾਕਟਰ ਹੈ, ਨਾ ਉੱਥੇ ਕੋਈ ਦਵਾਈਆਂ ਮਿਲਦੀਆਂ ਨੇ, ਤਾਂ ਕੋਈ ਸਹੂਲਤ ਨਹੀਂ ਮਿਲ ਰਹੀ। ਸਰ ਆਲਰੇਡੀ ਆਪਾਂ ਲਹਿਰੇ ਹਲਕੇ ਨੂੰ ਇੱਕ ਸਟੇਡੀਅਮ ਦਿੱਤਾ ਹੋਇਆ ਹੈ, ਤਾਂ ਇਦਾਂ ਹੀ ਮਤਲਬ ਅੱਗੇ ਮਤਲਬ ਜਿਹਦਾ ਹੁਣ ਪਾਰਟੀਆਂ ਚੇਂਜ ਹੋਈ ਜਾ ਰਹੀਆਂ। ਪਹਿਲਾਂ ਸ਼੍ਰੋਮਣੀ ਕਮੇਟੀ ਚਲੋ ਇੱਕ ਅੱਡ ਪਾਰਟੀ, ਹੁਣ ਉਸ ਪਾਰਟੀ ਦੇ ਅੱਡ ਗਠਬੰਧਨ ਬਸਪਾ ਦੇ ਨਾਲ ਹੋਇਆ ਹੈ, ਪਹਿਲਾਂ ਬੀਜੇਪੀ ਦੇ ਨਾਲ ਗਠਬੰਧਨ ਸੀਗਾ। ਇਹਦੇ ਨਾਲ ਮਤਲਬ ਹੁਣ ਜਿਹੜੀ ਨਵੀਆਂ ਆਪਾਂ ਹੁਣ ਨਵੇਂ ਐਲਾਨ ਆਪਾਂ ਲਹਿਰੇ ਹਲਕੇ ਲਈ ਕਰ ਰਹੇ ਹੈਗੇ ਆ, ਉਹਦੇ ਵਿੱਚ ਤੁਹਾਡਾ ਆਪਣਾ ਪਰਸਨਲ ਕੋਈ ਮੈਨੀਫੈਸਟੋ ਹੈ ਜਾਂ ਪਾਰਟੀ ਦਾ ਮੈਨੀਫੈਸਟੋ ਦੇ ਉੱਤੇ ਤੁਸੀਂ ਇਹ ਕੰਮ ਕਰ ਰਹੇ ਹੋ? ਦੇਖੋ, ਮੈਂ ਪਰਸਨਲੀ ਵੀ ਜੋ ਇੱਥੋਂ ਦੀਆਂ ਸਮੱਸਿਆਵਾਂ ਸ਼ਹਿਰ ਵਿੱਚ ਜਾ ਕੇ ਜਾਂ ਪਿੰਡ ਜਾ ਕੇ ਦੇਖੀਆਂ ਨੇ, ਉਹ ਸਾਰੀਆਂ ਨੋਟ ਕੀਤੀਆਂ ਨੇ ਵੀ ਕਿਹੜੀ ਚੀਜ਼ ਦੀ ਲੋੜ ਹੈ। ਤਾਂ ਉਹਨਾਂ ਨੂੰ ਲੈ ਕੇ ਹੀ ਮੈਂ ਆਪਣਾ ਏਜੰਡਾ ਤੈਅ ਕੀਤਾ ਕਿ ਉਹਨਾਂ ਨੂੰ ਲੈ ਕੇ ਮੈਂ ਚੱਲਾਂਗਾ। ਜਿਵੇਂ ਸਿਹਤ ਸੇਵਾਵਾਂ ਹੈ, ਐਜੂਕੇਸ਼ਨ ਦੀ ਬਹੁਤ ਵੱਡੀ ਲੋੜ ਹੈ। ਇੱਕੋ ਹੀ ਹਸਪਤਾਲ ਹੈ, ਆਪਣਾ ਇੱਕੋ ਹੀ ਕਾਲਜ ਹੈ ਇੱਥੇ, ਬਾਬਾ ਹੀਰਾ ਸਿੰਘ ਭੱਠਲ ਦੇਸ਼ ਭਗਤ ਹੋਏ ਨੇ, ਉਹਨਾਂ ਦੇ ਨਾਂ ਦੇ ਉੱਤੇ ਬਣਿਆ ਹੋਇਆ। ਲੇਕਿਨ ਕਿਉਂਕਿ ਇਹ ਇਲਾਕੇ ਦੇ ਸਰ ਥੋੜੀ ਗੱਲ ਕੱਢ ਰਿਹਾ, ਇਸ ਇਲਾਕੇ ਦੇ ਉੱਤੇ ਆਲਰੇਡੀ 25 ਸਾਲ ਤੋਂ ਪਛੜੇ ਹੋਏ ਦਾ ਮੇਰੀ 32 ਸਾਲ ਦੀ ਉਮਰ ਹੈ। ਇੱਥੇ ਸਾਡੇ ਇਲਾਕੇ ਦੇ ਆਪਣੇ ਲੀਡਰ ਵੀ ਰਹੇ ਨੇ ਤੇ ਕੁਝ ਲੋਕਲ ਲੀਡਰ ਵੀ ਨੇ ਜੋ ਨਵੀਂ ਪਾਰਟੀਆਂ ਦੇ ਵਿੱਚ ਅੱਜ ਕੱਲ੍ਹ ਆ ਜਾ ਰਹੇ ਨੇ, ਪਰ ਇਸ ਪਾਰਟੀ ਦੇ ਉੱਤੇ ਪਛੜੇ ਦਾ ਟੈਗ ਹੈ ਜਿਹੜਾ ਉਹ ਹਜੇ ਤੱਕ ਨਹੀਂ ਹਟਿਆ ਹੈਗਾ ਤੇ ਨਾ ਹੀ ਕੋਈ ਐਸੀ ਕੋਈ ਫੈਸਿਲਿਟੀ ਉਰੇ ਆਈ ਹੈਗੀ ਹੈ ਜਿੱਥੋਂ ਆਪਾਂ ਮਤਲਬ ਉਮੀਦ ਕਰ ਸਕੀਏ। ਇੱਕ ਸਟੇਡੀਅਮ ਦੀ ਜਿਹੜੀ ਜ਼ਰੂਰਤ ਸੀਗੀ ਬਹੁਤ ਸਮੇਂ ਬਾਅਦ ਆਈ ਹੈ, ਹਾਲਾਂਕਿ ਉਹ 20 ਸਾਲ ਪਹਿਲਾਂ ਵੀ ਹੋ ਜਾਣਾ ਚਾਹੀਦਾ ਸੀ। ਸੋ ਮੈਂ ਦੇਖ ਰਿਹਾ ਕਿ ਜਿਵੇਂ ਤੁਸੀਂ ਗੱਲ ਕੀਤੀ ਪਛੜੇ ਵਾਲੇ ਦੀ, ਇਹ ਤਾਂ ਬਿਲਕੁਲ ਠੀਕ ਹੈ, ਬਿਲਕੁਲ ਹੀ ਪਛੜਿਆ ਹੋਇਆ। ਦੇਖੋ ਇਹ ਤਾਂ ਹੈ ਹੀ ਹੈ। ਜਦੋਂ ਮੈਂ ਬਾਰਡਰ 'ਤੇ ਹਰਿਆਣੇ ਦੇ ਜਾਂਦਾ, ਉਹਨਾਂ ਚੌਧਰੀਆਂ ਦੀ ਬੈਲਟ 'ਤੇ ਜਾਂਦਾ, ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕੋਈ ਬੱਸ ਸਰਵਿਸ ਹੀ ਨਹੀਂ ਹੈ ਉਹਨਾਂ ਕੋਲੇ, ਕੋਈ ਸਰਕਾਰੀ ਬੱਸ ਸਰਵਿਸ ਨਹੀਂ ਆਉਂਦੀ। ਕੋਈ ਐਸੇ ਪਿੰਡ ਅਜੇ ਤੱਕ ਉਹਨਾਂ ਕੋਲ ਪਿੰਡਾਂ ਤੱਕ ਨਹੀਂ ਪਹੁੰਚਦੀ। ਇਹਦੀ ਬੜੀ ਵੱਡੀ ਘਾਟ ਹੈਗੀ। ਐਜੂਕੇਸ਼ਨ ਦੀ ਘਾਟ ਦੀ ਗੱਲ ਕੀਤੀ ਹੈ, ਜਿਵੇਂ ਤੁਸੀਂ ਮੈਡੀਕਲ ਕਾਲਜ ਦੀ ਗੱਲ ਕੀਤੀ ਸੀ, ਅਸੀਂ ਵੀ ਚਾਹੁੰਦੇ ਹਾਂ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ।
ਅਸੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਇਹ ਮੈਡੀਕਲ ਕਾਲਜ ਸਾਡੇ ਲਹਿਰੇ ਹਲਕੇ ਨੂੰ ਦਿੱਤਾ ਜਾਵੇ। ਇੱਕ ਆਪਣੇ ਹਲਕੇ ਦੀ ਬਹੁਤ ਸਾਲਾਂ ਤੋਂ ਇੱਕ ਆਪਣੀ ਇੱਛਾ ਹੈਗੀ ਨਾ ਉਰੇ ਜਿਹੜੇ ਆਪਣੇ ਵੋਟਰ ਨੇ ਬਤੌਰ ਨਾਗਰਿਕ ਕਿ ਉਹ ਲਹਿਰੇ ਨੂੰ ਇੱਕ ਜ਼ਿਲ੍ਹੇ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ। ਕਈ ਪਾਰਟੀਆਂ ਨੇ ਲੋਲੀਪੌਪ ਦਿੱਤੇ ਨੇ ਕਿ ਉਹ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ ਹੈ, ਜਾਂ ਫਿਊਚਰ ਦੇ ਵਿੱਚ ਐਸੀ ਕੋਈ ਹੋ ਸਕਦੀ ਹੈਗੀ। ਦੇਖੋ ਮੰਗ ਬਹੁਤ ਠੀਕ ਹੈਗੀ, ਪਰ ਉਹਦਾ ਸਾਰਾ ਸਰਵੇ ਵਗੈਰਾ ਕਰਕੇ ਟੈਕਨੀਕਲ ਕਿ ਸਾਰਾ ਦੇਖਿਆ ਜਾਏਗਾ। ਜੇ ਬਣ ਸਕਦਾ ਵਾ ਤਾਂ ਸਰਕਾਰ ਆਈ ਜ਼ਰੂਰ ਬਣਾਵਾਂਗੇ। ਕਿਉਂਕਿ ਵੋਟਾਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਆਪਾਂ ਨੂੰ ਇਹ ਮਤਲਬ ਇਹ ਗੱਲਾਂ ਕਹੀਆਂ ਜਾਂਦੀਆਂ ਨੇ, ਪਰ ਬਾਅਦ ਦੇ ਵਿੱਚ ਉਹ ਜਿਵੇਂ ਮਲੇਰਕੋਟਲਾ ਜ਼ਿਲ੍ਹਾ ਬਣਿਆ ਜਾਂ ਆਪਣਾ ਲਹਿਰਾ ਮਤਲਬ ਉਹ ਫਿਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ। ਨਹੀਂ ਬਿਲਕੁਲ ਦੇਖਿਆ ਜੋ ਵੀ ਇੱਥੋਂ ਦੇ ਲੋਕ ਚਾਹਣਗੇ ਉਹ ਇਹ ਗੱਲ ਜ਼ਰੂਰ ਹੈ ਸਰ ਵੀ ਆਪਣੀ ਜਿਹੜੀ ਆਪਣਾ ਹਲਕਾ ਹੈਗਾ ਇਹ ਲਹਿਰੇ ਦਾ ਕਿ ਇਹ ਸ਼੍ਰੋਮਣੀ ਕਮੇਟੀ ਚਲੋ ਅੱਜ ਗਠਬੰਧਨ ਬਸਪਾ ਨਾਲ ਹੋ ਗਿਆ, ਕਿਸੇ ਟਾਈਮ ਦੂਜੀ ਪਾਰਟੀ ਨਾਲ ਵੀ ਸੀਗਾ ਬੀਜੇਪੀ ਨਾਲ। ਅੱਜ ਬੀਜੇਪੀ ਦੇ ਹਾਲਾਤ ਕੁਝ ਚੇਂਜ ਹੋਏ ਆ ਤਾਂ ਆਪਾਂ ਬਸਪਾ ਦੇ ਨਾਲ ਆਪਣੀ ਗਠਬੰਧਨ ਹੋਇਆ। ਪਰ ਆਪਣੇ ਸ਼ਹਿਰ ਨੂੰ ਸਟੇਡੀਅਮ ਮਿਲਿਆ ਤਾਂ ਐਸੀ ਹੀ ਕੁਝ ਉਮੀਦਾਂ ਦੇ ਨਾਲ ਨਾਗਰਿਕ ਜਿਹੜਾ ਹੁਣ ਤੁਹਾਨੂੰ ਵੋਟਾਂ ਪਾਏਗਾ ਜਾਂ ਤੁਹਾਡੇ ਨਾਲ ਜੁੜੇਗਾ ਤਾਂ ਉਹ ਅੱਗੇ ਵੀ ਉਹ ਐਸੀ ਉਮੀਦ ਰੱਖੇਗਾ। ਬਿਲਕੁਲ ਜੁੜੇਗਾ। ਦੇਖੋ ਮੈਂ ਜਿੱਥੇ ਵੀ ਚੋਣ ਲੜਿਆ ਉੱਥੇ ਜੋ ਵੀ ਵਾਅਦੇ ਕੀਤੇ ਲੋਕਾਂ ਨੇ ਪੂਰੇ ਕੀਤੇ। ਪਿਛਲੀ ਵਾਰੀ ਮੈਂ ਧੂਰੀ ਤੋਂ ਐਮਐਲਏ ਬਣਿਆ ਸੀ, ਉੱਥੇ ਕੋਈ ਸਰਕਾਰੀ ਕਾਲਜ ਨਹੀਂ ਸੀ। ਉਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜਿਤਾਓ, ਮੈਂ ਤੁਹਾਡਾ ਸਰਕਾਰੀ ਕਾਲਜ ਬਣਾਵਾਂਗਾ। ਉਹਨਾਂ ਨੇ ਮੈਨੂੰ ਜਿਤਾਇਆ, ਬਹੁਤ ਵੱਡੀ ਲੀਡ ਦੇ ਵਿੱਚ ਜਿਤਾਇਆ। ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਕੇ ਮੈਂ ਉੱਥੇ ਇੱਕ ਸਰਕਾਰੀ ਕਾਲਜ ਦੀ ਜਿਹੜਾ ਧੂਰੀ ਵਿੱਚ ਉਹਦੀ ਸਥਾਪਨਾ ਕੀਤੀ ਗਈ, ਜਿਹਦੇ ਵਿੱਚ ਅੱਜ 900 ਤੋਂ ਵੱਧ ਬੱਚੇ ਜਿਹੜੇ ਨੇ ਵਿਦਿਆਰਥੀ ਪੜ੍ਹ ਰਹੇ ਨੇ। ਇਸ ਤਰ੍ਹਾਂ ਲੌਂਗੋਵਾਲ ਵੀ ਮੈਂ ਲੜਕੀਆਂ ਦਾ ਕਾਲਜ ਖੋਲ੍ਹਿਆ ਹੈ, ਉੱਥੇ ਇੰਸਟੀਚਿਊਟ ਵੀ ਬਣਾਇਆ, ਇੱਕ ਯੂਨੀਵਰਸਿਟੀ ਸੰਤ ਲੌਂਗੋਵਾਲ ਦੇ ਨਾਂ ਤੇ ਬਣੀ ਹੈ। ਸੋ ਇਸ ਤਰ੍ਹਾਂ ਮੈਂ ਜਿੱਥੇ ਵੀ ਕੋਈ ਆਪਣਾ ਏਜੰਡਾ ਤੈਅ ਕਰਦਾ, ਜੋ ਗੱਲਾਂ ਲੋਕਾਂ ਨਾਲ ਕਰਦਾ ਔਰ ਉਹਦੇ ਉੱਤੇ ਪੂਰਨ ਤੌਰ ਤੇ ਉਹਨੂੰ ਪੂਰਾ ਕਰਦਾ। ਸਰ ਬਹੁਤ ਵਧੀਆ ਵੈਸੇ ਤੁਹਾਡੀ ਮਤਲਬ ਮੈਂ ਜਿੱਦਾਂ ਤੁਹਾਡੀ ਫੈਮਿਲੀ ਨੂੰ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਸਪੋਰਟ ਕਰ ਰਹੇ ਹਾਂ। ਤੁਹਾਡੇ ਖੁਦ ਆਪਦੀ ਵਿਅਕਤੀਤਵ ਨਾ ਜਿੱਦਾਂ ਕਿ ਨਰੇਸ਼ ਜੀ ਨੇ ਦੱਸਿਆ ਸੀਗਾ, ਰਮੇਸ਼ ਜੀ ਨੇ ਦੱਸਿਆ, ਕਪਲਾ ਜੀ, ਮਤਲਬ ਤੁਹਾਡਾ ਵਿਅਕਤੀਤਵ ਤੁਹਾਨੂੰ ਦੇਖ ਕੇ ਮਿਲਣਸਾਰ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਹੈਗਾ ਤੇ ਕਿ ਅੱਛੇ ਨਾਗਰਿਕ ਹੋ, ਖੁਦ ਅੱਛੇ ਇੱਕ ਵਿਅਕਤੀਤਵ ਤੇ ਇੱਕ ਤੁਸੀਂ ਯੋਗਵਾਰ ਮਤਲਬ ਤੁਸੀਂ ਆਲਰੇਡੀ ਸ਼੍ਰੋਮਣੀ ਕਮੇਟੀ ਦੇ ਰਹਿ ਚੁੱਕੇ ਹੋ ਹੈ ਨਾ, ਅੱਛੀ ਪੋਜੀਸ਼ਨਾਂ ਤੇ ਰਹਿ ਚੁੱਕੇ ਹੋ। ਤਾਂ ਮੈਂ ਇਹੀ ਉਮੀਦ ਕਰਦਾ ਤੇ ਕਿ ਆਪਾਂ ਇੱਥੇ ਅੱਛੀ ਬਹੁਮਤ ਨਾਲ ਜਿੱਤੀਏ ਤੇ ਇੱਕ ਲਹਿਰੇ ਨੂੰ ਇੱਕ ਅੱਛਾ ਸੂਝਵਾਨ ਤੇ ਮਤਲਬ ਇੱਕ ਮਤਲਬ ਲੀਡਰ ਮਿਲੇ, ਕਿਉਂਕਿ ਇੱਥੇ ਸਿਆਸਤਾਂ ਤੋਂ ਆਲਰੇਡੀ ਲੋਕ ਅੱਗੇ ਹੋਏ ਨੇ, ਇੱਕ ਜਿਹੜੇ ਲੋਕਲ ਲੀਡਰ ਨੇ। ਠੀਕ ਹੈ ਤੇ ਕਿਉਂਕਿ ਮੈਂ ਇਸ ਖੁਦ ਆਪ ਨਾਗਰਿਕ ਹਾਂ, ਚਾਹੇ ਮੈਂ ਪਟਿਆਲਾ ਰਹਿਣਾ, ਵੋਟ ਮੇਰੀ ਵੀ ਇੱਥੇ ਅੱਜ। ਤਾਂ ਅਸੀਂ ਚਾਹੁੰਦੇ ਹਾਂ ਕਿ ਲਹਿਰਾ ਸਾਡਾ ਇੱਥੇ ਹੋਵੇ, ਚਾਹੇ ਆਧਾਰ ਕਾਰਡ ਉੱਥੋਂ ਦੇ ਬਣ ਗਏ ਸਾਡੇ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਏਰੀਆ ਲਈ ਕੁਝ ਕਰੀਏ। ਤਾਂ ਇਸੇ ਉਮੀਦ ਨਾਲ ਸਰ ਕਿ ਤੁਹਾਨੂੰ ਇਹੀ ਕਹਾਂਗੇ ਕਿ ਜੋ ਐਲਾਨ ਕਰੋਗੇ ਤਾਂ ਪੂਰੇ ਜ਼ਰੂਰ ਕਰਿਓ। ਬਿਲਕੁਲ ਤੁਸੀਂ ਜੋ ਕਿਹਾ ਹੈਗਾ, ਤੁਹਾਡੀ ਵੀ ਇਸ ਲਹਿਰੇ ਹਲਕੇ ਨਾਲ ਦੇਖੋ ਤੁਹਾਡਾ ਆਪਣਾ ਹੈਗਾ ਹਮਦਰਦੀ ਹੈ ਤੁਹਾਡੀ ਇਹਦੇ ਨਾਲ ਉਹ ਹੈਗਾ। ਸੋ ਮੈਂ ਜੋ ਵੀ ਗੱਲ ਕਰਾਂਗਾ ਸਹੀ ਕਰਾਂਗਾ। ਤੁਹਾਨੂੰ ਮੈਂ ਤਾਂ ਇਹੀ ਅਪੀਲ ਕਰਾਂਗਾ ਸਾਰੇ ਲਹਿਰੇ ਹਲਕੇ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਦਾਰ ਨੂੰ ਜਿਤਾਓ, ਸੇਵਾ ਦਾ ਮੌਕਾ ਦਿਓ। ਮੈਂ ਤੁਹਾਡੀਆਂ ਆਸਾਂ ਤੇ ਪੂਰਾ ਉਤਰਾਂਗਾ। ਸੋ ਇਹ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ, ਜੋ ਹਲਕਾ ਲਹਿਰਾ ਤੋਂ 99 ਹਲਕਾ ਤੋਂ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਜੋ ਗਠਬੰਧਨ ਦੇ ਵਿੱਚ ਨੇ। ਸੋ ਇਹਨਾਂ ਵੱਲੋਂ ਤੁਹਾਨੂੰ ਜੋ ਵੀ ਮਤਲਬ ਇਹਨਾਂ ਦੇ ਐਲਾਨ ਕੀਤੇ ਗਏ ਨੇ, ਜੋ ਤੁਹਾਨੂੰ ਵਾਅਦੇ ਕੀਤੇ ਗਏ ਨੇ, ਉਹ ਜ਼ਰੂਰ ਪੂਰਾ ਕਰਨਗੇ। ਵਿਵੇਕ ਮੀਡੀਆ ਚੈਨਲ ਦੇ ਉੱਤੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਅੱਜ ਹਲਕਾ 99 ਤੋਂ। ਸੋ ਮੇਰੇ ਨਾਲ ਗੋਬਿੰਦ ਲੌਂਗੋਵਾਲ ਜੀ ਦੇ ਬੇਟੀ ਔਰ ਉਹਨਾਂ ਦੇ ਡਾਟਰ ਇਨ ਲਾ ਮੇਰੇ ਨਾਲ ਨੇ। ਸੋ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਲਹਿਰੇ ਦਾ ਜੋ ਵੀ ਇਸ ਅੱਜ ਦੇ ਫੰਕਸ਼ਨ ਦਾ ਅੱਜ ਮਤਲਬ ਰਿਸਪੌਂਸ ਕਿੱਦਾਂ ਦਾ ਰਿਹਾ। ਫਿਰ ਮੈਂ ਇਹਨਾਂ ਨੂੰ ਕੁਝ ਸਵਾਲ ਵੀ ਪੁੱਛਾਂਗਾ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਵੀ ਇੱਥੇ ਲੋਕ ਆਏ, ਜਿੰਨੀਆਂ ਵੀ ਸੰਸਥਾਵਾਂ ਦੇ ਲੋਕ ਆਏ, ਚਾਹੇ ਉਹ ਸਮਾਜਿਕ, ਚਾਹੇ ਪੋਲੀਟੀਕਲ ਸੰਸਥਾ, ਚਾਹੇ ਧਾਰਮਿਕ ਸੰਸਥਾ, ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਹਾਂ ਤੇ ਥੈਂਕ ਯੂ ਕਹਿੰਦੇ ਹਾਂ ਉਹਨਾਂ ਦਾ ਇੱਥੇ ਆਉਣ ਵਾਸਤੇ, ਸਾਡਾ ਉਤਸ਼ਾਹ ਵਧਾਉਣ ਵਾਸਤੇ। ਬਾਕੀ ਮੇਰੇ ਸਿਸਟਰ ਇਨ ਲॉ ਦੱਸਣਗੇ। ਬਹੁਤ ਅੱਛਾ ਲੱਗਿਆ, ਬਹੁਤ ਪੋਜ਼ਿਟਿਵਿਟੀ ਸੀ ਲੋਕਾਂ ਦੀ, ਲੋਕ ਭੱਜ ਕੇ ਮਿਲ ਰਹੇ ਸੀਗੇ, ਬਹੁਤ ਚੰਗਾ ਲੱਗਿਆ। ਅਸੀਂ ਇੱਥੇ ਆਲਰੇਡੀ ਸਾਰੀ ਫੈਮਿਲੀ ਡੋਰ ਟੂ ਡੋਰ ਕੰਪਲੀਟ ਕਰ ਚੁੱਕੇ ਹਾਂ ਆਲਮੋਸਟ, ਤੇ ਉਹ ਸਾਰੇ ਆਪਣੇ ਆਪ ਚੱਲ ਕੇ ਆਏ ਨੇ। ਕੋਈ ਕਿਤੇ ਉਹ ਆਇਆ, ਕੋਈ ਲਹਿਰੇ ਦੇ ਵੀ ਨਹੀਂ ਸੀਗੇ, ਖੁਦ ਚੱਲ ਕੇ ਕਿਤੇ ਦੂਰੋਂ ਆਏ। ਜਿਵੇਂ ਕਿ ਅੱਜ ਦੱਸਿਆ ਸੀ, ਸਾਨੂੰ ਨਹੀਂ ਪਤਾ ਸੀ ਇਹ ਕੰਡਕਟ ਹੋ ਰਿਹਾ ਹੈ, ਬਟ ਜਿੱਦਾਂ ਵੀ ਹੋਇਆ ਸਾਨੂੰ ਇੱਕ ਇੰਨੀ ਉਮੀਦ ਨਹੀਂ ਸੀ, ਐਕਸਟਰਾ ਚੇਅਰ ਮੰਗਵਾਉਣੇ ਪਏ। ਤਾਂ ਸਭ ਬਹੁਤ ਪੋਜ਼ਿਟਿਵਿਟੀ ਦਿਖ ਰਹੀ ਹੈ ਲੋਕਾਂ 'ਚ, ਇੱਕ ਪੋਜ਼ਿਟਿਵ ਵੇਵ ਹੈ। ਸ਼ਰੀਫ ਲੋਕ ਨੇ ਇਸ ਏਰੀਆ ਦੇ, ਮਤਲਬ ਇਮਾਨਦਾਰ ਲੋਕ ਨੇ ਤੇ
ਸੱਦੇ ਤੇ ਹੀ ਆ ਗਏ ਜੀ ਹਾਂਜੀ ਇਮਾਨਦਾਰ ਹੀ ਉਰੇ ਆਪਣਾ ਇਹ ਇੱਕ ਕਹਿ ਸਕਦੇ ਆਪਾਂ ਕਿ ਮਤਲਬ ਕੈਂਡੀਡੇਟ ਵੀ ਬਹੁਤ ਇਮਾਨਦਾਰ ਕੈਂਡੀਡੇਟ ਹੈ ਇਮਾਨਦਾਰ ਹੀ ਚਾਹੁੰਦੇ ਨੇ ਕਿਉਂਕਿ 25 ਸਾਲ ਤੋਂ ਆਲਰੇਡੀ ਇਹ ਸਿਆਸਤ ਦੇ ਵਿੱਚ ਹਾਂਜੀ ਦੇਖ ਚੁੱਕੇ ਹੈ 37 ਇਅਰਸ ਹੋ ਚੁੱਕੇ ਨੇ ਮੇਰੇ ਫਾਦਰ ਸਾਹਿਬ ਨੂੰ ਇੱਥੇ ਪੋਲਿਟਿਕਸ ਦੇ ਵਿੱਚ। ਪਰ ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਨਵੇਂ ਹੋ ਇਸ ਏਰੀਆ ਦੇ ਵਿੱਚ। ਨਹੀਂ ਅਸੀਂ ਬਿਲਕੁਲ ਵੀ ਨਵੇਂ ਨਹੀਂ ਹੈਗੇ ਜੀ। ਮੇਰੇ ਗ੍ਰੈਂਡਫਾਦਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦਾ ਹਲਕਾ ਹੈਗਾ ਇਹ, ਉਹ ਇੱਥੋਂ ਜਿੱਤੇ ਹੋਏ ਹੈਗੇ ਪਹਿਲਾਂ। ਤੇ ਤੁਹਾਡੇ ਦਾਦਾ ਜੀ ਸੀ। ਹਾਂਜੀ ਹਾਂਜੀ, ਤਾਂ ਮੇਰੇ ਪਾਪਾ ਉਹਨਾਂ ਦੇ ਨਾਲ ਇੱਥੇ ਵਿਚਰਦੇ ਸੀ ਲੋਕਾਂ ਦੇ ਵਿੱਚ। ਉਹਨਾਂ ਨੇ ਤਾਂ ਇੱਥੇ ਮੇਰੇ ਪਾਪਾ ਨੇ ਤਾਂ ਇੱਥੇ ਕੀਰਤਨ ਕੀਤਾ ਹੋਇਆ ਬਹੁਤ ਲੋਕਾਂ ਦੇ ਘਰ ਦੇ ਵਿੱਚ। ਅਸੀਂ ਕਿੱਥੋਂ ਨਵੇਂ ਹੋ ਗਏ ਫਿਰ। ਇਹ ਵੀ ਗੱਲ ਬਿਲਕੁਲ ਠੀਕ ਹੈ। ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਉਣਾ ਉਹ ਲਗਾਉਂਦੇ ਰਹਿਣਗੇ। ਹਾਂਜੀ ਬਿਲਕੁਲ, ਉਹ ਯੂਜ਼ਲੈਸ ਗੱਲਾਂ ਨੇਗੀਆਂ, ਨੌਨਸੈਂਸ ਗੱਲਾਂ ਨੇ ਉਹਨਾਂ ਦੀਆਂ। ਤੋ ਮਤਲਬ ਹੁਣ ਮੈਂ ਪਾਪਾ ਨੂੰ ਵੀ ਸੇਮ ਗੱਲ ਪੁੱਛੀ ਹੈਗੀ ਹੈ ਤੇ ਬੀਇੰਗ ਅ ਡਾਟਰ ਮੈਂ ਤੁਹਾਨੂੰ ਵੀ ਕਹਾਂਗਾ ਕਿ ਇਹ ਇਲਾਕੇ ਨੂੰ ਦੀਆਂ ਉਮੀਦਾਂ ਪਹਿਲੇ ਦਿਨ ਤੋਂ ਹੀ ਬਹੁਤ ਰਹੀਆਂ ਨੇ ਕਿਤੇ ਵੀ ਆਪਣੇ ਏਰੀਆ ਨੂੰ ਲੈ ਕੇ। ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਪਰ ਵੋਟ ਮੇਰੀ ਅੱਜ ਵੀ ਇੱਥੇ ਹੈਗੀ ਹੈ, ਠੀਕ ਹੈ। ਐਜ਼ ਅ ਮੀਡੀਆ ਪਰਸਨ ਚਲੋ ਅਸੀਂ ਕਈ ਗੱਲਾਂ ਨਹੀਂ ਕਹਿ ਸਕਦੇ ਹੈਗੇ। ਸੋ ਮੈਂ ਚਾਹਾਂਗਾ ਕਿ ਤੁਸੀਂ ਐਸਾ ਐਲਾਨ ਕਰਕੇ ਜਾਓ, ਆਪਣੇ ਪਾਪਾ ਨੂੰ ਐਸਾ ਕਹੋ ਕਿ ਐਸਾ ਐਲਾਨ ਕਰੋ ਕਿ ਜੋ ਇਸ ਇਲਾਕੇ ਨੂੰ ਆਪਾਂ ਦੇ ਸਕੀਏ। ਅਸੀਂ ਸਿਰਫ ਐਲਾਨ ਨਹੀਂ ਕਰਾਂਗੇ, ਅਸੀਂ ਉਹ ਐਲਾਨ ਨੂੰ ਸਿਰੇ ਵੀ ਚੜਾਵਾਂਗੇ। ਪੁੱਛਿਆ ਪਾਪਾ ਨੂੰ ਵੀ ਜਿਹੜਾ ਤੁਸੀਂ ਐਲਾਨ ਨਹੀਂ ਕਰਾਂਗੇ, ਅਸੀਂ ਸਿਰੇ ਚੜਾਵਾਂਗੇ। ਜਦੋਂ ਸਿਰੇ ਚੜਾਗਾ ਲੋਕੀ ਆਪੇ ਉਸ ਚੀਜ਼ ਦੇ ਦੇਖਣਗੇ ਉਸ ਚੀਜ਼ ਨੂੰ। ਆਪਾਂ ਨੇ ਇੱਕ ਮੈਡੀਕਲ ਕਾਲਜ ਦਾ ਐਲਾਨ ਕੀਤਾ ਹੈਗਾ ਕਿ ਅਗਰ ਉਹ ਜਿੱਤਣ ਦੇ ਉੱਤੇ ਹੀ ਹੈ ਜਾਂ ਹਰ ਸਿਚੁਏਸ਼ਨ 'ਚ ਇਹ ਬਾਦਲ ਸਾਹਿਬ ਤੋਂ ਦਿੱਤਾ ਜਾਣਾ ਹੈਗਾ। ਹਾਂਜੀ ਅਸੀਂ ਪੂਰਾ ਜ਼ੋਰ ਲਗਾਵਾਂਗੇ। ਅਸੀਂ ਲਹਿਰੇ ਦੀ ਆਵਾਜ਼ ਬਣ ਕੇ ਹਾਈ ਕਮਾਂਡ ਦੇ ਵਿੱਚ ਮੰਗਾਂਗੇ, ਆਪਣੀਆਂ ਮੰਗਾਂ ਪੂਰੀਆਂ ਕਰਾਵਾਂਗੇ। ਜੋ ਵੀ ਆਪਣੇ ਹਲਕੇ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਾਵਾਂਗੇ। ਸਿਹਤ ਦੀਆਂ ਗੱਲਾਂ ਵੀ ਪੂਰੀਆਂ। ਐਜ਼ ਅ ਵੋਟਰ, ਠੀਕ ਹੈ, ਰਿਪੋਰਟਰ ਤੋਂ ਬਾਅਦ ਮੈਂ ਚਾਹੁੰਦਾ ਕਿ ਤੁਸੀਂ ਮੈਡੀਕਲ ਕਾਲਜ ਐਲਾਨ ਕੀਤਾ ਨਾ ਉਹ ਬਣਾ ਦਿਓ। ਨਹੀਂ ਸਰ, ਮੈਂ ਉਹੀ ਕਹਿਣ ਲੱਗੀ ਸੀ ਜੇ ਉਹਨਾਂ ਨੇ ਐਲਾਨ ਕਰਤਾ ਤੇ ਅਗਰ ਅਸੀਂ ਨਹੀਂ ਵੀ ਜਿੱਤ ਰਹੇ ਤਾਂ ਵੀਲ ਟਰਾਈ ਆਰ ਬੈਸਟ ਕਿ ਉਹ ਇੱਥੇ ਫੁੱਲਫਿਲ ਹੋਏ। ਅਸੀਂ ਲੋਕਾਂ ਲਈ ਜੁੜਨ ਆਏ ਹਾਂ, ਜਿੰਨਾ ਅਸੀਂ ਕਰ ਸਕਾਂਗੇ ਉਸ ਤੋਂ ਵੱਧ ਕੇ ਕਰਾਂਗੇ। ਕਿਉਂਕਿ ਦੇਖੋ ਤੁਸੀਂ ਅਗਰ ਕੋਈ ਚੀਜ਼ ਏਰੀਆ ਨੂੰ ਦਿੱਤੀ ਹੈਗੀ ਹੈ, ਸਟੇਡੀਅਮ ਆਲਰੇਡੀ ਇਸ ਸ਼ਹਿਰ ਨੂੰ ਮਿਲ ਚੁੱਕਿਆ ਹੈ, ਕਾਲਜ ਆਲਰੇਡੀ ਹੈਗੇ ਨੇ, ਬਾਅਦ ਦੇ ਵਿੱਚ ਉਹ ਬਾਬਾ ਹੀਰਾ ਸਿੰਘ ਭੱਟਲ ਕਾਲਜ ਹੈ ਜਾਂ ਕਈ ਕਾਲਜ ਨੇ ਸਰਕਾਰੀ ਵੀ ਅੱਜ ਉਹਨਾਂ ਦੇ ਹਾਲਾਤ ਠੀਕ ਨਹੀਂ ਹੈ, ਠੀਕ ਹੈ। ਇੱਥੋਂ ਦੇ ਲੋਕਾਂ ਨੂੰ ਇੱਕ ਗੱਲ ਹੋਰ ਦੱਸਣਾ ਚਾਹੂੰਗੀ ਜੀ, ਜਿਹੜੇ ਤੁਹਾਡੇ ਕੈਂਡੀਡੇਟ ਨੇ ਉਹਨਾਂ ਕੋਲੇ ਦੋ ਉਹ ਨਹੀਂ ਆ ਕਿ ਇੱਕ ਉਹ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਵੀ ਰਹੇ ਹੋਏ ਨੇਗੇ ਐਂਡ ਦੂਜਾ ਉਹ ਪੋਲੀਟੀਕਲੀ ਵੀ ਬਹੁਤ ਐਕਟਿਵ ਨੇਗੇ। ਤੁਹਾਡਾ ਜੇ ਜਿੱਤਦੇ ਆ ਤਾਂ ਦੋ ਚੀਜ਼ਾਂ 'ਚ ਤੁਹਾਡਾ ਹਿੱਸਾ ਪੈ ਜਾਣਾ ਹੈਗਾ। ਇਹ ਗੱਲ ਤਾਂ ਦਰਸ਼ਕਾਂ ਨੂੰ ਮੈਂ ਵੀ ਕਹਿਣਾ ਚਾਹਾਂਗਾ, ਬਹੁਤ ਅੱਛੀ ਫੈਮਿਲੀ ਹੈ। ਦੇਖੋ ਉਹਨਾਂ ਦੇ ਡਾਟਰ ਇਨ ਲਾ ਨਾਲ ਨੇ, ਬੇਟੀ ਸਪੋਰਟ ਦੇ ਕਰ ਰਹੇ ਹੈ। ਇੱਕ ਕਾਂਗਰਸ ਦੇ ਫਿਰੋਜ਼ਪੁਰ ਤੋਂ ਲੀਡਰ ਨੇ, ਉਹਨਾਂ ਦੀ ਬੇਟੀ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੈ। ਪਰ ਡੋਰ ਟੂ ਡੋਰ ਹੀ ਕਰਦੇ ਆ ਜੀ। ਬੇਟੀਆਂ ਅਗਰ ਪੋਲਿਟਿਕਸ ਦੇ ਵਿੱਚ ਆ ਰਹੀਆਂ ਹੈਗੀਆਂ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈਗੀ ਹੈ। ਔਰ ਅੱਛਾ ਲੱਗ ਰਿਹਾ ਕਿ ਤੁਸੀਂ ਇੱਕ ਫਾਦਰ ਨੂੰ ਸਪੋਰਟ ਕਰ ਰਹੇ ਹੈਗੇ ਹੋ ਔਰ ਐਜ਼ ਏ ਤੁਸੀਂ ਮਤਲਬ ਅਗਰ ਪੋਲਿਟਿਕਸ ਦੇ ਵਿੱਚ ਆ ਕੇ ਅਗਰ ਕੁਝ ਅੱਛਾ ਕਰੋਗੇ ਉਹ ਵੀ ਅੱਛੀ ਗੱਲ ਹੈ। ਅਸੀਂ ਤਾਂ ਲੋਕਾਂ ਦੀ ਸੇਵਾ ਕਰਨ ਆਏ ਹਾਂ ਜੀ। ਸਾਡਾ ਪਹਿਲਾ ਦਿਨ ਤੋਂ ਹੀ ਇਹੀ ਫੋਕਸ ਰਿਹਾ ਹੈਗਾ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ। ਅਸੀਂ ਉਸ ਫੋਕਸ ਨੂੰ ਕਦੇ ਭਟਕਣ ਨਹੀਂ ਦੇਵਾਂਗੇ। ਅਸੀਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿੰਦੇ ਹਾਂ, ਵਿੱਚ ਹੀ ਰਹਾਂਗੇ, ਹਮੇਸ਼ਾ ਵਿਚਰਦੇ ਰਵਾਂਗੇ, ਚਾਹੇ ਅਸੀਂ ਜਿੱਤੀਏ ਚਾਹੇ ਨਾ ਜਿੱਤੀਏ। ਸੋ ਬੀਇੰਗ ਏ ਗਰਲ, ਲਹਿਰੇ ਦੀਆਂ ਔਰਤਾਂ ਵਾਸਤੇ ਕੁਝ ਤੁਹਾਡਾ ਕੋਈ ਮੈਨੀਫੈਸਟੋ ਹੈ? ਸੀ ਵਿਮਨ ਇੱਥੇ ਬਹੁਤ ਜ਼ਿਆਦਾ ਦੇਖੋ ਹੈਲਥ ਵਾਈਜ਼ ਬਹੁਤ ਪੂਅਰ ਨੇ। ਅਗਰ ਮੈਂ ਗੱਲ ਕਰਾਂ, ਪਾਣੀ ਬਹੁਤ ਗੰਦਾ ਹੈ ਇੱਥੇ, ਜਿਵੇਂ ਆਲਰੇਡੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਮੈਂ ਚੁੱਲੜ ਕਲਾਂ ਡੋਰ ਟੂ ਡੋਰ ਕੀਤਾ ਸੀ। ਗਰਲਸ ਛੋਟੀਆਂ ਬੱਚੀਆਂ ਉਹ ਬੈੱਡਸ ਤੇ ਪਈਆਂ ਨੇ, ਠੀਕ ਹੈ। ਫਸਟ ਆਫ ਆਲ ਇਜ਼ देयर ਹੈਲਥ ਕੇਅਰ, ਸੈਕੰਡ ਆਫ ਆਲ ਇੱਕ ਵਿਮਨ ਕਾਲਜ ਹੋਣਾ ਚਾਹੀਦਾ। ਆਈ ਵੁੱਡ ਪ੍ਰੈਫਰ ਕੋਐਡ, ਪਰ ਅਗਰ ਜਿੱਦਾਂ ਜਨਤਾ ਦੀ ਡਿਮਾਂਡ ਹੈ, ਅਗਰ ਉਹ ਵਿਮਨ ਕਾਲਜ ਡਿਮਾਂਡ ਕਰਨਗੇ ਤਾਂ ਉਹ ਪੂਰਾ ਹੋਣਾ ਚਾਹੀਦਾ। ਜੌਬ ਅਪੋਰਚੁਨਿਟੀਜ਼ ਹੋਣੀਆਂ ਚਾਹੀਦੀਆਂ ਕਿਉਂਕਿ ਵਿਮਨ ਵੀ ਕਿਸੇ ਤੋਂ ਘੱਟ ਨਹੀਂ ਹੈਗੇ। ਇਹ ਨਹੀਂ ਹੈਗਾ ਕਿ ਉਹਨਾਂ ਨੂੰ ਅਪੋਰਚੁਨਿਟੀ ਨਾ ਮਿਲੇ, ਸਭ ਨੂੰ ਇਕੁਅਲ ਅਪੋਰਚੁਨਿਟੀਜ਼, ਜੌਬ ਅਪੋਰਚੁਨਿਟੀਜ਼ ਮਿਲਣੀਆਂ ਚਾਹੀਦੀਆਂ। ਮੈਡੀਕਲ ਕਾਲਜ ਦਾ ਫਿਰ ਵੀ ਆਸ-ਪਾਸ ਕਿਸੇ ਏਰੀਆ ਦੇ ਵਿੱਚ ਤੁਹਾਨੂੰ ਸੰਗਰੂਰ ਸੁਨਾਮ ਮਿਲ ਜਾਣਗੇ, ਪਰ ਇੱਥੇ ਲਾਅ ਦਾ ਕਾਲਜ ਕੋਈ ਨਹੀਂ ਹੈ। ਗ੍ਰੈਜੂਏਸ਼ਨ ਹੈਗੇ ਹੈ, ਨਾਰਮਲ BA ਦੇ ਕਾਲਜ ਹੈਗੇ ਹੈ, ਇੱਥੇ ਕੋਈ ਲਾਅ ਦਾ ਕਾਲਜ ਨਹੀਂ ਹੈ। ਬਹੁਤ ਸਾਰੀ ਫੈਸਿਲਿਟੀਜ਼ ਹੋਰ ਵੀ ਹੈਗੀਆਂ ਲੇਡੀਜ਼ ਲਈ, ਹੋਰ ਸਪੈਸ਼ਲ ਹੋਰ ਕੀ ਹੋ ਅਗਰ ਤੁਸੀਂ ਲਾਅ ਦੀ ਗੱਲ ਕਰ ਰਹੇ ਹੋ, ਮੈਂ ਖੁਦ ਮਾਸਟਰਸ ਕੀਤੀ ਹੈ ਲਾਅ 'ਚ ਐਂਡ ਅਗਰ ਲਾਈਕ ਇਹ ਇਨੀਸ਼ੀਏਟ ਅਸੀਂ ਇਹ ਵੀ ਲੈ ਕੇ ਦੇਖ ਲਾਂਗੇ ਕਿ ਅਗਰ ਸਾਨੂੰ ਇਹਦੇ ਵਿੱਚ ਇੱਕ ਵਰਥ ਪੁਆਇੰਟ ਲੱਗਿਆ, ਲੋਕਾਂ ਦੀ ਡਿਮਾਂਡ ਲੱਗੀ ਹੈ ਸਟੱਡੀ ਦੇ ਵਿੱਚ, ਤਾਂ ਅਸੀਂ ਉਹ ਵੀ ਲੈ ਕੇ ਆਵਾਂਗੇ। ਆਈ ਮਾਈ ਸੈਲਫ ਡਨ ਲਾਅ, ਤਾਂ ਉਹ ਇੱਕ ਹੈਲਪ ਹੋਊਗੀ, ਇੱਕ ਫ੍ਰੀ ਦੀ ਸੇਵਾ ਹੋਊਗੀ ਲੋਕਾਂ ਲਈ। ਬੱਚਿਆਂ ਲਈ ਜੋ ਸਕੂਲ ਲੈਵਲ ਤੇ ਮਤਲਬ ਜਿੱਦਾਂ ਆਪਾਂ ਆਲਰੇਡੀ ਕਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਈਆਂ ਨੇ, ਜਿੱਦਾਂ ਆਪਾਂ ਛੋਟੇ ਬੱਚਿਆਂ ਦੇ ਨੂੰ ਸਕੂਲ ਸਾਈਕਲ ਜਾਂ ਕੋਈ ਹੋਰ ਉਹਨਾਂ ਨੂੰ ਕੁਝ ਵੀ ਇਦਾਂ ਦਾ ਕੋਈ ਆਪਾਂ ਮਤਲਬ ਸਮੇਂ ਤੇ ਦਿੱਤਾ ਗਿਆ ਹੈਗਾ। ਜੋ ਛੋਟੀਆਂ ਬੱਚੀਆਂ ਜੋ ਗਰੀਬ ਘਰਾਂ ਤੋਂ ਨੇ, ਜੇ ਮਤਲਬ ਆਪਾਂ ਸਿਰਫ ਗਰੀਬ ਵਰਗ ਨੂੰ ਕਵਰ ਨਹੀਂ ਕਰਨਾ, ਆਪਾਂ ਨੇ ਉਹ 'ਤੇ ਹਰ ਵਰਗ ਨੂੰ ਕਵਰ ਕਰਨਾ ਹੈਗਾ। ਅਤੇ ਮਤਲਬ ਕੁਝ ਉਹਨਾਂ ਬੱਚਿਆਂ ਲਈ ਕੋਈ ਐਸਾ ਐਲਾਨ ਹੈ?
ਦੇਖੋ ਉਹਨਾਂ ਦੀ ਡਿਮਾਂਡਸ ਕੀ ਹੈ, ਡਿਜ਼ਾਇਰਸ ਕੀ ਹੈ ਹਨਾ। ਉਹਨਾਂ ਦੀ ਮੈਂ ਇੱਥੇ ਆਲਰੇਡੀ ਜਿੰਨਾ ਕੁ ਵਿਚਰ ਚੁੱਕੀ ਹਾਂ, ਉਹਨਾਂ ਨੂੰ ਸਕੂਲ ਵੈਨਸ ਚਾਹੀਦੀਆਂ ਜਿੱਥੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਜੋ ਆਪਾਂ ਫੈਸਿਲਿਟੀ ਪ੍ਰੋਵਾਈਡ ਕਰਾਂਗੇ। ਠੀਕ ਹੈ, ਅਗਰ ਸਕੂਲਸ ਓਪਨਿੰਗ ਦੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਚਲੋ ਕਰੋਨਾ ਇਜ਼ ਅ ਬਿਗ ਪੈਂਡੇਮਿਕ ਰਾਈਟ ਨਾਓ, ਬਟ ਲਾਈਕ ਜਿੰਨਾ ਵੀ ਹੋ ਸਕੂਗਾ, ਜਿੱਦਾਂ ਸਕੂਲ ਵੈਨਸ ਉਹ ਡਿਮਾਂਡ ਕਰ ਰਿਹਾ ਤਾਂ ਆਪਾਂ ਉਹ ਪ੍ਰੋਵਾਈਡ ਕਰਾਂਗੇ। ਐਂਡ ਜੇ ਬਾਈਸਾਈਕਲਸ ਤਾਂ ਆਲਰੇਡੀ ਆਪਾਂ ਦੇ ਚੁੱਕੇ ਹਾਂ, ਪਰ ਫਿਰ ਵੀ ਆਊਗੀ ਰਿਕੁਆਇਰਮੈਂਟ ਹੋਊਗੀ ਤਾਂ ਆਪਾਂ ਉਹਨਾਂ ਦੇ ਅਕੋਰਡਿੰਗ ਸੀ। ਰਾਈਟ ਨਾਓ ਸਿਚੁਏਸ਼ਨ ਇਜ਼ ਸਮਥਿੰਗ ਐਲਸ, ਬਟ ਜਦੋਂ ਆਪਾਂ ਇਸ ਪੀਸ ਆਊਗਾ ਆਫਟਰ ਇਲੈਕਸ਼ਨਸ ਵੀਲ ਗੈਟ ਟੂ ਨੋ ਮੋਰ ਕੀ ਪ੍ਰੋਬਲਮਸ ਨੇ, ਤੇ ਉਸ ਤਰੀਕੇ ਨਾਲ ਉਹਨਾਂ ਨੂੰ ਸੌਰਟ ਆਊਟ ਕਰਾਂਗੇ। ਵੀ ਆਰ ਹੇਅਰ ਟੂ ਸਟੈਂਡ ਬਿਸਾਈਡ ਵੂਮਨ ਐਂਡ ਵੀ ਵਿਲ। ਜੋ ਬੈਕਵਰਡ ਏਰੀਆ ਹੁੰਦਾ, ਪਛੜੇ ਏਰੀਆ ਹੁੰਦਾ, ਉੱਥੇ ਮੁੰਡਿਆਂ ਨੂੰ ਤਾਂ ਫਿਰ ਵੀ ਆਜ਼ਾਦੀ ਮਿਲ ਜਾਂਦੀ ਹੈ, ਕੁੜੀਆਂ ਦੇ ਲਈ ਬੜਾ ਮੁਸ਼ਕਿਲ ਹੁੰਦਾ ਹੈਗਾ। ਬਹੁਤ ਇੱਥੇ ਵਰਕ ਕਰਦੀਆਂ ਨੇ, ਜਿਵੇਂ ਮੇਰੇ ਲਈ ਮੂਨਕ ਏਰੀਆ ਹੈਗਾ, ਮੈਂ ਮੂਨਕ ਏਰੀਆ 'ਚ ਦੇਖਦੀ ਹਾਂ ਕਿ ਸਵੇਰੇ ਸਵੇਰੇ ਲੇਡੀਜ਼ ਗੱਡਾ ਲੈ ਕੇ ਜਾ ਰਹੀਆਂ ਹੁੰਦੇ, ਤੇ ਮੈਂ ਦੇਖਦੀ ਹਾਂ ਇੱਥੇ ਦੀ ਜਿਹੜੀਆਂ ਜੋ ਲੇਡੀਜ਼ ਨੇਗੀਆਂ ਉਹ ਬਹੁਤ ਸਟਰੋਂਗ ਨੇ ਆਲਰੇਡੀ। ਡੈਫੀਨਿਟਲੀ ਹੁਣ ਆਲ ਓਵਰ ਇੰਡੀਆ ਦੇ ਵਿੱਚ ਐਸਾ ਨਹੀਂ ਕਿ ਲੇਡੀਜ਼ ਬਾਹਰ ਹੁਣ ਐਜੂਕੇਟ ਹੋ ਚੁੱਕੀ ਹੈ, ਔਰ ਉਰੇ ਸੈਲਫ ਡਿਪੈਂਡੈਂਟ ਲੇਡੀ ਆ ਚੁੱਕੀਆਂ ਹੈਗੀਆਂ। ਹੁਣ ਉਹ ਪਹਿਲਾਂ ਵਾਲਾ ਮਰਦ ਪ੍ਰਧਾਨ ਦੇਸ਼ ਨਹੀਂ ਰਿਹਾ ਹੈਗਾ, ਹੁਣ ਵੂਮਨ ਅੰਪਾਇਰ ਤੇ ਫੈਮਿਨਿਜ਼ਮ ਆਪਾਂ ਕਹਿ ਸਕਦੇ ਹਾਂ ਵੀ ਉਹ ਚੀਜ਼ਾਂ ਹੁਣ ਉਹ ਨਹੀਂ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਪਾਰਟੀਕੂਲਰ, ਪਰ ਲੇਕਿਨ ਉਹ ਹੁਣ ਕੰਧੇ ਨਾਲ ਕੰਧਾ ਜੋੜ ਕੇ ਵੀ ਜੈਂਟਸ ਦੇ ਨਾਲ ਕਰ ਰਹੀ ਹੈ। ਮੈਨੂੰ ਲੱਗਦਾ ਸਪੋਰਟਸ ਵਿੱਚ ਵੀ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ, ਜੋ ਕਿ ਇੱਥੇ ਆਲਰੇਡੀ ਤੁਸੀਂ ਕਹਿੰਦੇ ਹੋ ਸਟੇਡੀਅਮ ਹੈਗਾ, ਤਾਂ ਇੱਥੋਂ ਦੇ ਮੁੰਡੇ ਜ਼ਰੂਰ ਹੋਣਗੇ ਅੱਗੇ। ਮੈਂ ਉਤਸ਼ਾਹ ਦੇਣਾ ਚਾਹੂੰਗੀ ਕੁੜੀਆਂ ਨੂੰ ਕਿ ਉਹ ਵੀ ਸਪੋਰਟਸ ਦੇ ਵਿੱਚ ਆ। ਨਹੀਂ, ਮੇਰੇ ਕਹਿਣ ਦਾ ਮਤਲਬ ਮੁੰਡਿਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ, ਕੁੜੀਆਂ ਨੂੰ ਫੇਰ ਕੋਸ਼ਿਸ਼ ਹੁੰਦੀ ਕਿ ਬੇਟਾ ਤੂੰ 50 ਕਿਲੋਮੀਟਰ 40 ਕਿਲੋਮੀਟਰ 30 ਕਿਲੋਮੀਟਰ ਦੇ ਆਸ-ਪਾਸ ਕਾਲਜ ਪੜ੍ਹ ਸਕਦੀ ਹੈ, ਪਰ ਉਹ ਕੋਈ ਦੂਰ ਦੇ ਕਾਲਜ 'ਚ ਜਾਏਗੀ ਤਾਂ ਉਹਦਾ ਮਤਲਬ ਕਈ ਕਰੀਅਰ ਨੇ, ਕਈ ਫੈਸਿਲਿਟੀਜ਼ ਇੱਥੇ ਨਹੀਂ ਹੈਗੀ, ਜਿੱਦਾਂ ਲਾਅ ਕਾਲਜ ਦੀ ਮੈਂ ਗੱਲ ਕੀਤੀ। ਡਿਕਲੇਅਰ ਕੀਤਾ ਹੈ ਕਿ ਉਹ ਕਰਨਗੇ, ਉਹ ਪ੍ਰੋਵਾਈਡ ਕਰਨਗੇ ਕਾਲਜ ਦਾ ਆਲਰੇਡੀ ਯੂਨੀਵਰਸਿਟੀ ਐਨੀਥਿੰਗ। ਅੱਜ ਸਲਾਈਟ ਵੀ ਤੁਸੀਂ ਲੌਂਗੋਵਾਲ ਦੀ ਗੱਲ ਕਰੀਏ ਤਾਂ ਉੱਥੇ ਸਲਾਈਟ ਓਪਨ ਕੀਤਾ ਹੈ। ਹੁਣ ਰੀਸੈਂਟ ਲਾਸਟ ਈਅਰ ਇੱਕ ਕਾਲਜ ਸਟਾਰਟ ਹੋਇਆ ਜੋ ਔਮਨ ਕਾਲਜ ਲਈ ਹੈ। ਸੋ ਵੀ ਹੈਵ ਆਲਰੇਡੀ ਵਰਕਡ ਅ ਲੋਟ ਔਨ ਦਿਸ ਹੈ ਨਾ। ਐਂਡ ਹੀਅਰ ਅਸੀਂ ਨਵੇਂ ਆਵਾਂਗੇ ਤਾਂ ਅਸੀਂ ਇੱਥੇ ਵੀ ਸੇਮ ਹਲਕੇ ਨੂੰ ਉਨਾ ਹੀ ਪਿਆਰ ਕਰਾਂਗੇ। ਮਤਲਬ ਫਸਟ ਕੈਂਡੀਡੇਟ ਵੀ ਆਰ ਨਿਊ ਹੈ ਨਾ, ਜਿਵੇਂ ਸਾਨੂੰ ਲੋਕ ਪਹਿਲੀ ਵਾਰੀ ਵਰਤ ਕੇ ਦੇਖਣਗੇ, ਤਾਂ ਵੀਲ ਪ੍ਰੋਵਾਈਡ ਦ ਬੈਸਟ ਵੀ ਕੁਡ। ਡੈਫੀਨਿਟਲੀ ਮੈਂ ਆਈ ਹੋਪ ਵੀ ਆਰ ਨਾਟ ਨਿਊ ਹੀਅਰ, ਵੀ ਲਾਈਕ ਕਿ ਅਸੀਂ ਇੱਥੇ ਲੋਕ ਸਾਨੂੰ ਪਹਿਲੀ ਟਾਈਮ ਅਸੀਂ ਇਸ ਜਿੱਤਾਂਗੇ ਇਹਨਾਂ ਇੱਥੇ ਲੋਕਾਂ ਦੀ। ਹਾਂਜੀ, ਫਸਟ ਟਾਈਮ ਸਾਨੂੰ ਮੌਕਾ ਮਿਲਿਆਗਾ ਇਸ ਹਲਕੇ ਦੀ ਸੇਵਾ ਕਰਨ ਦਾ ਐਜ਼ ਅ ਕੈਂਡੀਡੇਟ। ਆਈ ਹੋਪ ਕਿ ਤੁਸੀਂ ਜੋ ਵੀ ਵਾਅਦੇ ਇੱਥੇ ਕਰਕੇ ਜਾ ਰਹੇ ਹੋ ਤਾਂ ਪੂਰੇ ਕਰੋਗੇ। ਸੋ ਹਲਕਾ ਲਹਿਰਾ ਦੇ ਉਮੀਦਵਾਰਾਂ ਨੂੰ ਜੋ ਵੀ ਮੈਂ ਇਹੀ ਕਹਾਂਗਾ ਕਿ ਜੋ ਇੱਥੇ ਤੁਸੀਂ ਐਲਾਨ ਸੁਣ ਰਹੇ ਹੋਗੇ ਉਹ ਬਹੁਤ ਲੌਂਗੋਵਾਲ ਜੀ ਵੱਲੋਂ, ਉਹਨਾਂ ਦੀ ਬੇਟੀ ਵੱਲੋਂ ਤੇ ਉਹਨਾਂ ਦੇ ਡਾਕਟਰ ਇਨ ਲਾ ਵੱਲੋਂ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਉਹ ਪੂਰੇ ਕਰਨਗੇ। ਸੋ ਹੁਣ ਸੋਚਣਾ ਤੁਸੀਂ ਹੈ, ਠੀਕ ਹੈ। ਵੋਟਾਂ ਵਾਲੇ ਦਿਨ ਤੁਹਾਡੀ ਆਪਣੀ ਕੀਮਤੀ ਵੋਟ ਤੁਸੀਂ ਆਪ ਸੋਚ ਕੇ ਪਾਣੀ ਹੈਗੀ ਹੈ ਕਿ ਉਹ ਤੁਹਾਨੂੰ ਐਲਾਨ ਕਰ ਰਹੇ ਹੈਗੇ ਆ, ਬੇਟੀਆਂ ਤੁਹਾਡੇ ਨਾਲ ਨੇ, ਹੁਣ ਤਾਂ ਨੂੰਹਾਂ ਵੀ ਨਾਲ ਨੇ। ਤਾਂ ਲੌਂਗੋਵਾਲ ਜੀ ਦੀ ਸ਼ਖਸੀਅਤ ਵੀ ਬਹੁਤ ਅੱਛੀ ਹੈ, ਤੁਸੀਂ ਸੋਚਣਾ ਹੈ ਉਹਨਾਂ ਦਾ ਸਾਥ ਕਦੋਂ ਦੇਣਾ ਤੇ ਕਿਵੇਂ ਦੇਣਾ ਹੈ। ਸੋ ਮੇਰੇ ਨਾਲ ਲੌਂਗੋਵਾਲ ਜੀ ਦੀ ਫੈਮਿਲੀ, ਸੋ ਵਿਵੇਕ ਮੀਡੀਆ ਦੇ ਉੱਤੋਂ ਵਿਵੇਕ ਮੋਦਗਿਲ, ਥੈਂਕ ਯੂ।